ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਬੇਟੇ, ਆਪਾਂ ਇੱਥੇ ਇੱਕ ਨਵੀਂ ਸੀਰੀਜ਼ ਸਟਾਰਟ ਕੀਤੀ ਹੋਈ ਹੈ ਆਪਣੇ ਸੁਪਰਵਾਈਜ਼ਰ ਐਗਜ਼ਾਮ ਵਾਸਤੇ, ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੀ। ਠੀਕ ਹੈ, ਉਹਦੇ ਵਿੱਚ ਆਪਾਂ ਇੱਕ ਕਲਾਸ ਲਾ ਚੁੱਕੇ ਹਾਂ ਰਾਜੇ। ਇਸ ਕਲਾਸ ਦੇ ਵਿੱਚ ਇੱਕ ਦੋ ਬੱਚਿਆਂ ਦਾ ਕੁਝ ਡਾਊਟ ਸੀਗੇ, ਤਾਂ ਚਿੰਤਾ ਨਾ ਕਰੋ। ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਇਹ ਸੀਰੀਜ਼ ਮੈਂ ਸਟਾਰਟ ਹੀ ਤਾਂ ਕੀਤੀ ਆ ਕਿਉਂਕਿ ਬਹੁਤ ਸਾਰੇ ਬੱਚੇ ਗਲਤ ਟਰੈਕ ਤੇ ਪੜ੍ਹ ਰਹੇ ਸੀਗੇ। ਤਾਂ ਜੇ ਤੁਹਾਡੇ ਡਾਊਟ ਹੈਗੇ ਆ, ਚਿੰਤਾ ਨਹੀਂ ਕਰਨੀ, ਡਾਊਟ ਤੁਹਾਡੇ ਨਾਲ ਦੀ ਨਾਲ ਕਲੀਅਰ ਕੀਤੇ ਜਾਣਗੇ। ਬਾਕੀ ਭਰੋਸਾ ਰੱਖੋ, ਜੋ ਕਰਵਾ ਰਿਹਾ ਬਹੁਤ ਮਿਹਨਤ ਕਰਕੇ ਪੜ੍ਹ ਕੇ ਕਰਵਾ ਰਿਹਾ। ਕੱਲ ਕਲਾਸ ਨਾ ਆਉਣ ਦਾ ਕਾਰਨ ਇਹੀ ਹੈ ਕਿ ਕੱਲ ਬਹੁਤ ਟਾਈਮ ਲੱਗ ਗਿਆ। ਇਹ ਜਿਹੜਾ ਟੌਪਿਕ ਸੀਗਾ ਚਾਈਲਡ ਕੇਅਰ, ਇਹ ਬਹੁਤ ਹੀ ਜ਼ਿਆਦਾ ਸੈਂਸਿਟਿਵ ਜਿਹਾ ਟੌਪਿਕ ਹੈ। ਇਹਨੂੰ ਮਤਲਬ ਕਿ ਇਹਦੇ ਉੱਪਰ ਕੀ ਕਰਵਾਇਆ ਜਾਵੇ, ਕੀ ਨਾ ਕਰਵਾਇਆ ਜਾਵੇ, ਇਹ ਪੜ੍ਹਨਾ ਪੈਂਦਾ, ਸੋਚਣਾ ਪੈਂਦਾ, ਬਹੁਤ ਟਾਈਮ ਲੱਗਦਾ ਹੈ। ਤਾਂ ਚਲੋ ਅੱਜ ਆਪਾਂ ਕਰਾਂਗੇ ਜੀ ਚਾਈਲਡ ਕੇਅਰ ਐਂਡ ਪ੍ਰੋਟੈਕਸ਼ਨ ਦਾ ਟੌਪਿਕ ਕਰਾਂਗੇ ਨੈਕਸਟ। ਇਹਦੇ ਵਿੱਚ ਆਪਾਂ ਪੜਾਂਗੇ ਵੀ ਚਾਈਲਡ ਕੇਅਰ ਹੁੰਦਾ ਕੀ ਆ, ਜਾਂ ਉਹਦੀ ਪ੍ਰੋਟੈਕਸ਼ਨ ਵਾਸਤੇ ਕਿਹੜੇ ਕਿਹੜੇ ਲਾਅ ਨੇ, ਕਿਹੜੇ ਕਿਹੜੇ ਐਕਟ ਨੇ। ਠੀਕ ਆ, ਤੇ ਆਪਾਂ ਕੀ ਕੀ ਕੁਝ ਕਰ ਸਕਦੇ ਹਾਂ ਬੱਚੇ ਨੂੰ ਪ੍ਰੋਟੈਕਟ ਕਰਨ ਵਾਸਤੇ। ਹੁਣ ਡਾਊਟ ਕੀ ਸੀਗਾ ਕਿ ਬੱਚੇ ਕਹਿ ਰਹੇ ਆ ਸਰ ਅਰਲੀ ਚਾਈਲਡਹੁੱਡ ਜਿਹੜੀ ਐਜੂਕੇਸ਼ਨ ਹੈਗੀ ਹੈ ਉਹਦੀ ਉਮਰ ਤੁਸੀਂ ਗਲਤ ਕਰਾ ਰਹੇ ਹੋ, 0 ਤੋਂ 6 ਸਾਲ ਹੁੰਦੀ ਹੈ। ਮੈਂ ਗਲਤ ਨਹੀਂ ਕਰਾ ਰਿਹਾ ਰਾਜੇ, ਤੁਸੀਂ ਕੁਐਸਚਨ ਗਲਤ ਪੁੱਛ ਲਿਆ ਮੇਰੇ ਤੋਂ। ਤੁਹਾਡੇ ਸਾਹਮਣੇ ਮੈਂ ਦੋ ਚੀਜ਼ਾਂ ਪੇਸ਼ ਕਰਦਾ। ਦੇਖੋ, ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦੀ ਆ ਅਰਲੀ ਚਾਈਲਡਹੁੱਡ ਐਜੂਕੇਸ਼ਨ ਹੁੰਦੀ ਹੈ, ਇੱਕ ਹੁੰਦੀ ਆ ਅਰਲੀ ਚਾਈਲਡਹੁੱਡ ਕੇਅਰ। ਜੇ ਮੈਂ ਅਰਲੀ ਚਾਈਲਡਹੁੱਡ ਕੇਅਰ ਦੀ ਗੱਲ ਕਰੂੰਗਾ ਰਾਜੇ, ਫਿਰ ਉੱਥੇ ਕੁਐਸਚਨ ਦੇ ਵਿੱਚ ਆਪਣਾ ਆਨਸਰ ਆਊਗਾ 0 ਤੋਂ ਲੈ ਕੇ 6 ਸਾਲ ਤੱਕ ਦੀ ਉਮਰ ਹੁੰਦੀ ਹੈ। ਜੇ ਨਾਲ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਆ ਜਾਊਗਾ ਜਾਂ ਕੱਲਾ ਐਜੂਕੇਸ਼ਨ ਆ ਜਾਊਗਾ, ਫਿਰ ਉਮਰ ਆ ਜਾਊਗੀ ਰਾਜੇ 0 ਤੋਂ ਲੈ ਕੇ 8 ਸਾਲ। ਇਹ ਮੈਂ ਨਹੀਂ ਕਹਿ ਰਿਹਾ, ਦੇਖੋ ਮੈਂ ਹਮੇਸ਼ਾ ਤੁਹਾਨੂੰ ਪ੍ਰੂਫ ਦੇ ਕੇ ਜਾਊਂਗਾ, ਮੈਂ ਇਦਾਂ ਹਵਾ 'ਚ ਗੱਲਾਂ ਨਹੀਂ ਕਰਦਾ। ਇਹ ਮੈਂ ਨਹੀਂ ਕਹਿ ਰਿਹਾ ਰਾਜੇ, ਇਹ ਇੱਕ ਸੰਸਥਾ ਕਹਿ ਰਹੀ ਹੈ ਜਿਹੜੀ ਕਿ ਇੰਟਰਨੈਸ਼ਨਲ ਸੰਸਥਾ ਹੈ। ਤੁਸੀਂ UN ਦਾ ਨਾਮ ਸੁਣਿਆ ਹੋਊਗਾ, ਯੂਨਾਈਟਿਡ ਨੇਸ਼ਨ। ਉਹਦੇ ਅੰਡਰ ਇੱਕ ਸੰਸਥਾ ਹੁੰਦੀ ਹੈ ਰਾਜੇ ਯੂਨੈਸਕੋ। ਯੂਨੈਸਕੋ ਕੀ ਹੈ ਰਾਜੇ? ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਹੈ। ਇਸ ਦੀ ਵੈਬਸਾਈਟ ਦੇ ਉੱਪਰ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ। ਬਾਕੀ ਤੁਹਾਨੂੰ ਮੈਂ ਸਕਰੀਨਸ਼ਾਟ ਵੀ ਮਤਲਬ ਪਾ ਦੂੰਗਾ। ਉਹਦੇ ਉੱਪਰ ਲਿਖਿਆ ਗਿਆ ਜਿਹੜੀ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਹੈਗੀ ਆ, ਉਹਦੇ ਵਿੱਚ ਉਹ ਜਿਹੜੇ ਮੰਨਦੇ ਆ ਜਨਮ ਤੋਂ ਲੈ ਕੇ 8 ਸਾਲ ਦੇ ਬੱਚੇ ਨੂੰ ਮੰਨਦੇ ਆ। ਤਾਂ ਜੇ ਇਕੱਲਾ ਕੇਅਰ ਦੀ ਗੱਲ ਕਰਾਂਗੇ ਤਾਂ 6 ਸਾਲ, ਜੇ ਗੱਲ ਕਰਾਂਗੇ ਕੇਅਰ ਐਂਡ ਐਜੂਕੇਸ਼ਨ ਦੀ ਗੱਲ ਕਰਾਂਗੇ ਤਾਂ 8 ਸਾਲ ਤੱਕ ਉਮਰ ਆਊਗੀ। ਇਹ ਚੀਜ਼ ਨੋਟ ਕਰ ਲਿਓ ਪਲੀਜ਼। ਇਹਦੇ ਵਿੱਚ ਕੋਈ ਤੁਸੀਂ ਭੰਮੜ ਭੂਸੇ ਵਿੱਚ ਨਹੀਂ ਪੈਣਾਗਾ, ਡਾਊਟ ਦਿਮਾਗ 'ਚ ਨਹੀਂ ਰੱਖਣਾ। ਚਲੋ ਅੱਜ ਦਾ ਟੌਪਿਕ ਕਰਦੇ ਆਪਾਂ ਸਟਾਰਟ ਬਹੁਤ ਵਧੀਆ ਢੰਗ ਦੇ ਨਾਲ। ਜੇ ਕਲਾਸ ਵਧੀਆ ਲੱਗੂਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼, ਤੇ ਵੱਧ ਤੋਂ ਵੱਧ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰਾਂ ਤੋਂ ਕਰਵਾ ਦਿਓ। ਠੀਕ ਹੈ, ਇਹੀ ਬਸ ਆਪਣੀ ਫੀਸ ਹੈ। ਹੁਣ ਗੱਲ ਕਰਦੇ ਰਾਜੇ, ਜਿਵੇਂ ਆਪਾਂ ਮਤਲਬ ਕਿ ਚਾਈਲਡ ਪ੍ਰੋਟੈਕਸ਼ਨ ਦੀ ਗੱਲ ਕਰਦੇ ਆ। ਦੇਖੋ, ਚਾਈਲਡ ਪ੍ਰੋਟੈਕਸ਼ਨ ਦੇ ਵਿੱਚ ਆਪਣੇ ਦਿਮਾਗ 'ਚ ਕੀ ਜਾਂਦਾ ਹੈ? ਬੱਚੇ ਨੂੰ ਪ੍ਰੋਟੈਕਟ ਕਰਨਾ, ਹਨਾ। ਹੁਣ ਬੱਚਾ ਪ੍ਰੋਟੈਕਟ ਕਿਵੇਂ ਕਰਦੇ ਆ ਆਪਾਂ? ਬੱਚੇ ਦੀ ਘਰ ਦੇ ਵਿੱਚ ਆਪਾਂ ਕੀ ਕਰਦੇ ਆ? ਪਾਲਣ ਪੋਸ਼ਣ ਕਰਦੇ ਆ। ਫਿਰ ਬੱਚਾ ਥੋੜਾ ਜਿਹਾ ਵੱਡਾ ਹੁੰਦਾ, ਬਾਹਰ ਜਾਣਾ ਸਟਾਰਟ ਕਰਦਾ ਹੈ। ਠੀਕ ਹੈ, ਆਪਾਂ ਨੂੰ ਸਮਝਾਉਣੇ ਆ ਤੂੰ ਕਿਸੇ ਨਾਲ ਮਤਲਬ ਕਿ ਫਾਲਤੂ ਗੱਲ ਨਹੀਂ ਕਰਨੀ, ਜਾਂ ਐਂ ਨਹੀਂ ਜਾਣਾ, ਕਿਸੇ ਦੇ ਪਿੱਛੇ ਨਹੀਂ ਲੱਗਣਾਗਾ। ਮਤਲਬ ਬਹੁਤ ਸਾਰੀਆਂ ਗੱਲਾਂ ਆਪਾਂ ਬੱਚੇ ਨੂੰ ਸਿਖਾਉਣੇ ਆ। ਹੁਣ ਪਰ ਫਿਰ ਵੀ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ। ਹੁਣ ਰੀਸੈਂਟਲੀ ਤੁਸੀਂ ਦੇਖੋ, ਕੱਲ ਦੀ ਗੱਲ ਹੈ, ਜਿਹੜਾ ਮੁੰਡਾ ਸਹਿਜਪ੍ਰੀਤ ਹੈ ਉਹਦੀ ਡੈਥ ਹੋ ਗਈ। ਤਾਂ ਇਸ ਤਰ੍ਹਾਂ ਦੀ ਚੀਜ਼ਾਂ ਆਪਾਂ ਨੂੰ ਸਮਾਜ ਵਿੱਚ ਵੇਖਣ ਨੂੰ ਮਿਲਦੀਆਂ ਨੇ ਬਹੁਤ। ਤਾਂ ਚਾਈਲਡ ਪ੍ਰੋਟੈਕਸ਼ਨ ਬਹੁਤ ਇੰਪੋਰਟੈਂਟ ਔਰ ਸੈਂਸਿਟਿਵ ਜਿਹਾ ਟੌਪਿਕ ਹੈ, ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਹਿੰਦਾ ਕੀ ਹੈ? ਕਹਿੰਦਾ ਜੀ ਚਾਈਲਡ ਪ੍ਰੋਟੈਕਸ਼ਨ ਇਜ਼ ਦਾ ਸੇਫ ਗਾਰਡਿੰਗ ਆਫ ਦਾ ਚਿਲਡਰਨ ਫਰੋਮ ਦਾ ਵਾਇਲੈਂਸ, ਐਕਸਪਲੋਇਟੇਸ਼ਨਸ, ਅਬਿਊਜ਼ ਐਂਡ ਨੈਗਲੈਕਟ। ਕਹਿੰਦਾ ਕੀ ਹੈ? ਕਹਿੰਦਾ ਜਿਹੜੇ ਬਾਲ ਸੁਰੱਖਿਆ ਹੈਗੀ ਹੈ ਉਹਦੇ ਵਿੱਚ ਆ ਕੀ ਜਾਂਦਾ? ਇੱਕ ਤਾਂ ਹਿੰਸਾ ਆ ਜਾਂਦੀ ਹੈ। ਹੁਣ ਜਿਵੇਂ ਕੱਲ ਵਾਲਾ ਕੇਸ ਹੋਇਆ, ਉਹਦੇ ਵਿੱਚ ਹਿੰਸਾ ਹੀ ਸੀਗੀ। ਉਹ ਬੱਚੇ ਨੂੰ ਮਾਰਤਾ, ਧੱਕਾ ਦੇ ਕੇ ਨਦੀ 'ਚ ਸਿੱਟਤਾ। ਸ਼ੋਸ਼ਣ ਕਰਨਾ, ਸ਼ੋਸ਼ਣ ਹੁੰਦਾ ਜਿਵੇਂ ਕਿਸੇ ਤੁਸੀਂ ਦੇਖਦੇ ਹੋਵੋਗੇ YouTube ਤੇ ਦੇਖਦੇ ਹੋਵੋਗੇ ਜਾਂ Facebook ਤੇ ਦੇਖਦੇ ਹੋਵੋਗੇ, ਕਈ ਜਿਹੜੇ ਲੋਕ ਹੈਗੇ ਆ ਜਿਹੜੇ ਬਹੁਤ ਕਰੂਰਲ ਲੋਕ ਹੈਗੇ ਆ। ਠੀਕ ਹੈ, ਉਹ ਕੀ ਕਰਦੇ ਆ? ਛੋਟੇ ਬੱਚਿਆਂ ਨੂੰ ਕੀ ਕਰਦੇ ਆ? ਬੰਦੀ ਬਣਾ ਕੇ ਰੱਖਦੇ ਆ, ਆਪਣੇ ਘਰਾਂ ਵਿੱਚ ਕੰਮ ਕਰਵਾਉਂਦੇ ਆ, ਜਾਂ ਉਹਨਾਂ ਦਾ ਸ਼ੋਸ਼ਣ ਕਰਦੇ, ਉਹਨਾਂ ਨੂੰ ਪੈਸੇ ਨਹੀਂ ਦਿੰਦੇਗੇ ਉਹਨਾਂ ਤੋਂ ਕੰਮ ਕਰਵਾ ਕੇ। ਤਾਂ ਸ਼ੋਸ਼ਣ ਆ ਜਾਊਗਾ। ਦੁਰਵਿਵਹਾਰ ਹੋ ਗਿਆ, ਮਤਲਬ ਕਿ ਉਹਨਾਂ ਨਾਲ ਆਪਾਂ ਕੀ ਹੈ ਕਿ ਜੋ ਉਹਨਾਂ ਨਾਲ ਵਿਹਾਰ ਕਰਨਾ ਚਾਹੀਦਾ ਆਪਾਂ ਉਹ ਨਹੀਂ ਕਰਦੇਗੇ। ਉਹਨਾਂ ਨੂੰ ਮਾੜਾ ਚੰਗਾ ਬੋਲਦੇ ਆ, ਕੁੱਟਦੇ ਮਾਰਦੇ ਆ, ਅਣਗਹਿਲੀਆਂ ਕਰਦੇ ਆ ਆਪਾਂ, ਜਾਂ ਆਪਾਂ ਸਭ ਕੁਝ ਮਤਲਬ ਕਿ ਇਨਕਲੂਡਡ ਹੈ ਇਹਦੇ ਵਿੱਚ। ਕਿਹਦੇ ਵਿੱਚ? ਚਾਈਲਡ ਪ੍ਰੋਟੈਕਸ਼ਨ ਦੇ ਵਿੱਚ। ਨੈਗਲੈਕਟ ਦਾ ਮਤਲਬ ਹੁੰਦਾ ਕਿ ਮੰਨ ਲਓ ਤੁਹਾਡੇ ਘਰ ਦੇ ਵਿੱਚ ਬੱਚਾ, ਤੁਹਾਡਾ ਆਪਣਾ ਬੱਚਾ, ਤੁਸੀਂ ਉਹਨੂੰ ਟਾਈਮ ਨਹੀਂ ਦਿੰਦੇਗੇ, ਮਤਲਬ ਕਿ ਉਹਨੂੰ ਤੁਸੀਂ ਇਗਨੋਰ ਕਰਦੇ ਹੋ। ਉਹ ਵੀ ਇੱਕ ਤਰ੍ਹਾਂ ਦਾ ਤੁਸੀਂ ਐਂ ਕਰ ਰਹੇ ਹੋ ਕਿ ਮਤਲਬ ਕਿ ਜੁਰਮ ਕਰ ਰਹੇ ਹੋ। ਠੀਕ ਹੈ, ਤੇ ਇਹ ਸਾਰੀਆਂ ਗੱਲਾਂ ਕਿਹਦੇ ਵਿੱਚ ਆ ਜਾਣਗੀਆਂ ਰਾਜੇ? ਚਾਈਲਡ ਪ੍ਰੋਟੈਕਸ਼ਨ ਦੇ ਵਿੱਚ ਆ ਜਾਣਗੀਆਂ। ਤਾਂ ਇਹਦੇ ਵਿੱਚ ਜ਼ਿਆਦਾ ਸਮਝਾਉਣ ਦੀ ਗੱਲ ਨਹੀਂ ਹੈਗੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਇੱਕ ਜਰਨਲ ਜੀ ਕਾਮਨ ਜੀ ਟਰਮ ਹੈਗੀ ਹੈ। ਅੱਗੇ ਚੱਲਦੇ ਜਿਹੜੀ ਮੇਨ ਚੀਜ਼ ਪੇਪਰ ਵਾਸਤੇ ਪੜ੍ਹਨੀ ਆ ਉਹ ਮੈਂ ਦੱਸਦਾ ਤੁਹਾਨੂੰ। ਹੁਣ ਇਹਦੇ ਵਿੱਚ ਅਗਲੀ ਗੱਲ ਆਪਾਂ ਪੜ੍ਹਦੇ ਹਾਂ ਰਾਜੇ, ਜਿਹੜਾ UN ਹੈਗਾ, UN ਦੀ ਇੱਕ ਸੰਸਥਾ ਹੈਗੀ ਹੈ ਰਾਜੇ, ਉਹਨਾਂ ਦਾ ਇੱਕ ਆਰਟੀਕਲ 19 ਕਹਿੰਦਾ ਹੈ,
ਉਹਦੇ ਵਿੱਚ ਆਰਟੀਕਲ 19 ਕੀ ਕਹਿੰਦਾ, ਕਹਿੰਦਾ ਜੀ ਰਾਈਟ ਆਫ ਦਾ ਚਿਲਡਰਨ ਪ੍ਰੋਵਾਈਡਸ ਫॉर ਦਾ ਪ੍ਰੋਟੈਕਸ਼ਨ ਆਫ ਚਿਲਡਰਨ ਇਨ ਐਂਡ ਆਊਟ ਆਫ ਦਾ ਹੋਮ। ਯੂਐਨ ਕਨਵੈਨਸ਼ਨ ਦਾ ਜਿਹੜਾ ਆਰਟੀਕਲ 19 ਹੈ ਉਹ ਇਹ ਗੱਲ ਕਹਿੰਦਾ ਹੈ ਕਿ ਬੱਚੇ ਦੀ ਜਿਹੜੀ ਸੁਰੱਖਿਆ ਹੈਗੀ ਆ ਉਹ ਘਰ ਦੇ ਵਿੱਚ ਵੀ ਤੇ ਘਰ ਤੋਂ ਬਾਹਰ ਵੀ। ਅਗਰ ਮੈਂ ਚਾਈਲਡ ਪ੍ਰੋਟੈਕਸ਼ਨ ਦੀ ਗੱਲ ਕਰਾਂ, ਸਿਰਫ ਇਹ ਨਹੀਂ ਕਿ ਘਰ ਤੋਂ ਬਾਹਰ ਬਸ ਬੱਚਾ ਪ੍ਰੋਟੈਕਟ ਕਿਵੇਂ ਕਰਨਾ ਹੈ, ਨਹੀਂ, ਘਰ ਦੇ ਵਿੱਚ ਵੀ ਕਈ ਬੱਚੇ ਕੀ ਹੈਗੇ ਆ, ਮਤਲਬ ਸੁਰੱਖਿਅਤ ਨਹੀਂ ਹੈਗੇਗੇ। ਹੁਣ ਘਰ ਦੇ ਵਿੱਚ ਬੱਚਿਆਂ ਨਾਲ ਬਹੁਤ ਸਾਰਾ ਦੁਰਵਿਵਹਾਰ ਹੋ ਜਾਂਦਾ ਹੈ, ਜਾਂ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ, ਜਾਂ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਹੈ, ਠੀਕ ਹੈ। ਤਾਂ ਅੰਦਰ ਐਂਡ ਬਾਹਰ, ਘਰ ਦੇ ਅੰਦਰ ਅਤੇ ਬਾਹਰ ਸਮਾਜ ਦੇ ਵਿੱਚ ਜੋ ਵੀ ਬੱਚਿਆਂ ਦੇ ਨਾਲ ਜ਼ੁਲਮ ਹੁੰਦੇ ਆ ਉਹਨੂੰ ਰੋਕਣ ਵਾਸਤੇ, ਪ੍ਰੋਟੈਕਟ ਕਰਨ ਵਾਸਤੇ ਆਪਣੇ ਕੋਲ ਕੁਝ ਲਾਅ ਆਉਣਗੇ ਅੱਗੇ ਜਾ ਕੇ, ਤਾਂ ਇਹ ਸਾਰੇ ਕਿਹਦੇ ਅੰਡਰ ਆ ਜਾਣਗੇ ਰਾਜੇ, ਚਾਈਲਡ ਪ੍ਰੋਟੈਕਸ਼ਨ ਦੇ ਅੰਡਰ ਆ ਜਾਣਗੇ, ਠੀਕ ਹੈ ਜੀ। ਤਾਂ ਅਗਲੀ ਗੱਲ ਆਪਾਂ ਕਰਦੇ ਹਾਂ। ਹੁਣ ਨੈਕਸਟ ਕੀ ਕਹਿੰਦਾ ਰਾਜੇ, ਕਹਿੰਦਾ ਜਿਹੜਾ ਹੁਣ ਬਾਲ ਸੁਰੱਖਿਆ ਪ੍ਰਣਾਲੀਆਂ ਹੈਗੀਆਂ ਜਾਂ ਚਾਈਲਡ ਪ੍ਰੋਟੈਕਸ਼ਨ ਸਿਸਟਮ ਹੈਗਾ ਰਾਜੇ, ਯੂਜ਼ਲੀ ਗਵਰਨਮੈਂਟ ਕੀ ਕਰਦੀ ਹੈ, ਕੁਝ ਸਰਵਿਸਿਜ਼ ਡਿਜ਼ਾਈਨ ਕਰਦੀ ਹੈ, ਕੁਝ ਪਾਲਿਸੀਆਂ ਲੈ ਕੇ ਆਉਂਦੀ ਹੈ, ਕਾਹਦੇ ਵਾਸਤੇ, ਬੱਚਿਆਂ ਨੂੰ ਜਿਹੜੇ ਜ਼ੁਲਮ ਹੋ ਰਹੇ ਉਹਨਾਂ ਦੇ ਵਿੱਚ ਸਮਾਜ ਦੇ ਵਿੱਚ ਉਹਨਾਂ ਤੋਂ ਬਚਾਉਣ ਵਾਸਤੇ, ਠੀਕ ਹੈ ਜੀ। ਜਾਂ ਮਤਲਬ ਕਹਿ ਸਕਦੇ ਹਾਂ ਕਿ ਇਹੋ ਜਿਹੀਆਂ ਕੁਝ ਪਾਲਿਸੀਆਂ ਗਵਰਨਮੈਂਟ ਲਾਂਚ ਕਰਦੀ ਹੈ ਸਮੇਂ ਟਾਈਮ ਟੂ ਟਾਈਮ, ਕਿ ਜਿਹੜੇ ਬੱਚਿਆਂ ਦੇ ਪੇਰੈਂਟਸ ਹੈਗੇ ਆ ਉਹ, ਜਾਂ ਬੱਚੇ ਕਹਿ ਲਓ ਜਾਂ ਪੇਰੈਂਟਸ ਕਹਿ ਲਓ ਜਾਂ ਯੰਗ ਪੀਪਲ ਕਹਿ ਲਓ, ਜਿਹੜੇ ਕਿ ਇਸ ਚੀਜ਼ ਨੂੰ ਸਮਝਣਗੇ ਵੀ ਬੱਚਿਆਂ ਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ, ਠੀਕ ਹੈ। ਇਹ ਸਾਰੀ ਚੀਜ਼ ਲਿਖੀ ਗਈ ਹੈ ਰਾਜੇ, ਸਿੰਪਲ ਜਿਹੀਆਂ ਗੱਲਾਂ ਨੇ, ਸਿਰਫ ਤੁਹਾਨੂੰ ਸਮਝਾਉਣ ਵਾਸਤੇ, ਤੁਹਾਡਾ ਇੰਟਰਸਟ ਕ੍ਰੀਏਟ ਕਰਨ ਵਾਸਤੇ ਲਿਖੀਆਂ ਗਈਆਂ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ। ਹੁਣ ਇੱਥੋਂ ਮੇਨ ਸਟਾਰਟ ਹੁੰਦਾ ਰਾਜੇ ਆਪਣਾ ਇਹ ਮੇਨ ਟੌਪਿਕ। ਹੁਣ ਪੇਪਰ ਤੇ ਪੁੱਛਿਆ ਕੀ ਜਾ ਸਕਦਾ ਹੈ, ਪੁੱਛਿਆ ਇਹ ਜਾ ਸਕਦਾ ਹੈ ਕਿ ਕਿਹੜੀ ਸੰਸਥਾ ਹੈਗੀ ਹੈ ਜਿਹੜੀ ਕਿ ਬੱਚਿਆਂ ਦੇ ਹਿੱਤ ਵਾਸਤੇ ਕੰਮ ਕਰਦੀ ਹੈ, ਬੱਚਿਆਂ ਦੀ ਪ੍ਰੋਟੈਕਸ਼ਨ ਵਾਸਤੇ ਕੰਮ ਕਰਦੀ ਹੈ। ਤਾਂ ਯੂਐਨ ਦੇ ਅੰਡਰ ਹੀ ਆਉਂਦੀ ਹੈ ਰਾਜੇ, ਇੱਕ ਬੋਡੀ ਆਉਂਦੀ ਹੈ UNICEF। ਆ ਦੇਖੋ ਇਹਨਾਂ ਦਾ ਲੋਗੋ ਹੈ, ਇਹਨਾਂ ਦੀ ਜਿਹੜੀ ਮੋਟੋ ਹੈਗਾ ਉਹ ਵੀ ਇਹ ਲਿਖਿਆ ਹੈ, ਫॉर ਐਵਰੀ ਚਾਈਲਡ। ਕਹਿੰਦੇ ਜਿਹੜੀ ਇਹ ਸੰਸਥਾ ਬਣੀ ਗਈ ਹੈ ਇਹਦਾ ਮਤਲਬ ਕਿ ਮਕਸਦ ਕੀ ਹੈ, ਹਰੇਕ ਬੱਚੇ ਦੀ ਕੀ ਕਰਨੀ, ਸੁਰੱਖਿਆ ਕਰਨੀ ਜਾਂ ਸੁਰੱਖਿਅਤ ਨੂੰ ਮਹਿਸੂਸ ਕਰਵਾਉਣਾ। ਤਾਂ UNICEF ਦੀ ਇੱਕ ਤਾਂ ਫੁੱਲ ਫਾਰਮ ਪੜ੍ਹ ਲੈਣੀ ਹੈ ਤੁਸੀਂ। ਇਹ ਯੂ ਦਾ ਮਤਲਬ ਯੂਨਾਈਟਿਡ ਹੈ, ਐਨ ਦਾ ਮਤਲਬ ਨੇਸ਼ਨਸ, ਯੂਨਾਈਟਿਡ ਦਾ ਮਤਲਬ ਹੁੰਦਾ ਇਕੱਠੇ, ਨੇਸ਼ਨ ਮਤਲਬ ਦੇਸ਼। ਹੁਣ ਜਿਹੜੀਆਂ ਇਹ ਸੰਸਥਾਵਾਂ ਹੁੰਦੀਆਂ ਰਾਜੇ ਦੇ ਵਿੱਚ ਲਗਭਗ ਤਕਰੀਬਨ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਦੇਸ਼ ਹੈਗੇ ਉਹ ਸਾਰੇ ਮੈਂਬਰ ਹੁੰਦੇ ਆ, ਤਾਂ ਇਹਨੂੰ ਯੂਨਾਈਟਿਡ ਕਿਹਾ ਜਾਂਦਾ ਹੈ। ਤਾਂ ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਚਿਲਡਰਨਸ ਐਮਰਜੈਂਸੀ ਫੰਡ। ਸਟਾਰਟਿੰਗ ਦੇ ਵਿੱਚ ਇਹ ਜਦੋਂ ਵਰਲਡ ਵਾਰ 2 ਹੋਈ ਹੈ ਰਾਜੇ, ਉਦੋਂ ਇਹ ਸੰਸਥਾ ਹੋਣ ਦੇ ਵਿੱਚ ਆਈ ਸੀਗੀ, ਕਿਉਂਕਿ ਉਸ ਟਾਈਮ ਤੇ ਬਹੁਤ ਨੁਕਸਾਨ ਹੋ ਗਿਆ ਸੀ, ਬੱਚਿਆਂ ਦਾ ਵੀ ਹੋਇਆ ਸੀਗਾ, ਔਰਤਾਂ ਦਾ ਨੁਕਸਾਨ ਵੀ ਬਹੁਤ ਹੋਇਆ ਸੀਗਾ, ਮਤਲਬ ਸਾਰਿਆਂ ਦਾ ਨੁਕਸਾਨ ਹੋਇਆ ਸੀਗਾ। ਉਦੋਂ ਇਹ ਸੰਸਥਾ ਹੋਣ ਦੇ ਵਿੱਚ ਆਈ ਸੀਗੀ। ਇਹਨਾਂ ਨੇ ਕੀ ਕੀਤਾ ਸੀਗਾ, ਸਟਾਰਟਿੰਗ ਦੇ ਵਿੱਚ ਫੰਡ ਪ੍ਰੋਵਾਈਡ ਕਰਦੇ ਸੀਗੇ ਐਮਰਜੈਂਸੀ ਵਾਸਤੇ, ਪਰ ਹੁਣ ਇਹਦਾ ਬਾਅਦ ਦੇ ਵਿੱਚ ਨਾਮ ਬਦਲ ਦਿੱਤਾ ਗਿਆ। ਹੁਣ ਨਾਮ ਕੀ ਹੈ ਜਿਹੜਾ ਐਟ ਪ੍ਰੈਜ਼ੈਂਟ ਨਾਮ ਹੈ ਰਾਜੇ, ਉਹ ਹੈਗਾ ਯੂਨਾਈਟਿਡ ਨੇਸ਼ਨ ਚਿਲਡਰਨਸ ਫੰਡ। ਇਹ ਯਾਦ ਰੱਖਣਾ, 올ਡ ਨੇਮ ਕੀ ਹੈ ਤੇ ਨਵਾਂ ਨਾਮ ਕੀ ਹੈ। ਇਹਦਾ ਕੀ ਹੈ, ਲੋਗੋ ਹੈ ਰਾਜੇ। ਲੋਗੋ ਦੇ ਵਿੱਚ ਕੀ ਹੁੰਦਾ, ਕਈ ਵਾਰੀ ਮੋਟੋ ਪੁੱਛ ਲੈਂਦੇ ਆ, ਮੋਟੋ ਕੀ ਇਹਨਾਂ ਦਾ, ਫॉर ਐਵਰੀ ਚਾਈਲਡ, ਠੀਕ ਹੈ। ਕਲੀਅਰ ਹੋ ਗਈ, ਇਹ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਤਾਂ ਪੰਜਾਬੀ ਦੇ ਵਿੱਚ ਮੈਂ ਰਾਜੇ ਇਹ ਲਿਖ ਦਿੱਤਾ ਗਿਆ ਤੁਹਾਡੀ ਹੈਲਪ ਵਾਸਤੇ ਕਿ ਪੂਰੀ ਤਰ੍ਹਾਂ ਨਾਲ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਚਿਲਡਰਨ ਐਮਰਜੈਂਸੀ ਫੰਡ ਹੁਣ ਅਧਿਕਾਰਿਤ ਤੌਰ ਤੇ ਕੀ ਹੈ ਜੀ, ਸੰਯੁਕਤ ਰਾਸ਼ਟਰ ਚਿਲਡਰਨ ਫੰਡ ਕਿਹਾ ਜਾਂਦਾ ਹੈ, ਠੀਕ ਹੈ। ਇਹ ਇਹਦਾ ਨਾਮ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਇਹਦੇ ਰਿਲੇਟਡ, ਆਪਾਂ ਕੁਝ ਹੋਰ ਚੀਜ਼ਾਂ ਪੜ੍ਹਨੀਆਂ ਨੇ। ਇਹਦਾ ਹੈੱਡਕੁਆਟਰ ਕਿੱਥੇ ਰਾਜੇ, ਨਿਊਯਾਰਕ ਦੇ ਵਿੱਚ ਹੈ। ਹੈੱਡਕੁਆਟਰ ਤੋਂ ਵੀ ਕਈ ਵਾਰੀ ਬਹੁਤ ਕੁਐਸਚਨ ਆ ਜਾਂਦੇ ਆ ਪੇਪਰਾਂ ਦੇ ਵਿੱਚ। ਤਾਂ ਹੈੱਡਕੁਆਟਰ ਹੈਗਾ ਰਾਜੇ ਦਾ ਨਿਊਯਾਰਕ। ਇਹਦੀ ਹੈੱਡ ਕੌਣ ਹੈ, ਜਾਂ ਇਹਦਾ ਪ੍ਰੈਜ਼ੀਡੈਂਟ ਕਹਿ ਸਕਦੇ ਆਪਾਂ ਕੌਣ ਹੈ, ਇੱਕ ਲੇਡੀ ਹੈ ਕੈਥਰੀਨ ਐਮ ਰੂਸਲ, ਠੀਕ ਹੈ। ਇਹ ਬਣੇ ਨੇ 1 ਫਰਵਰੀ 2022 ਨੂੰ ਬਣੇ ਨੇ। ਇਹਦੇ 8th ਐਗਜ਼ੀਕਿਊਟਿਵ ਡਾਇਰੈਕਟਰ ਬਣੇ ਨੇ ਰਾਜੇ, ਆ ਲੇਡੀਜ਼ ਨੇ, ਠੀਕ ਹੈ। ਫੋਟੋ ਮੈਂ ਤਾਂ ਪਾ ਦਿੰਦਾ ਉਹਨਾਂ, ਆਪਾਂ ਨੂੰ ਸ਼ਕਲ ਮਤਲਬ ਫੋਟੋ ਤੋਂ ਯਾਦ ਰਹਿ ਜਾਂਦਾ, ਕਈ ਵਾਰੀ ਪੇਪਰ ਦੇ ਵਿੱਚ ਦਿਮਾਗ ਸਟ੍ਰਾਈਕ ਕਰ ਜਾਂਦੀ ਹੈ ਫੋਟੋ। ਹੁਣ ਮੈਂ ਕੀ ਪੜਾਇਆ, ਚਾਈਲਡ ਪ੍ਰੋਟੈਕਸ਼ਨ ਹੁੰਦਾ ਕੀ ਹੈ ਰਾਜੇ, ਚਾਈਲਡ ਪ੍ਰੋਟੈਕਸ਼ਨ ਵਾਸਤੇ ਸਰਕਾਰਾਂ ਕੰਮ ਕਰਦੀਆਂ ਨੇ, ਪਾਲਿਸੀਜ਼ ਲੈ ਕੇ ਆਉਂਦੀਆਂ ਨੇ। ਆਪਣੇ ਦੇਸ਼ ਵਿੱਚ ਕਿਹੜੀਆਂ-ਕਿਹੜੀਆਂ ਪਾਲਿਸੀਆਂ, ਜਾਂ ਆਪਣੇ ਪੰਜਾਬ 'ਚ ਕਿਹੜੀਆਂ-ਕਿਹੜੀਆਂ ਪਾਲਿਸੀਆਂ, ਉਹ ਬਾਅਦ 'ਚ ਡਿਸਕਸ ਕਰਦੇ ਆਪਾਂ। ਪਹਿਲਾਂ ਆਪਾਂ ਇੰਟਰਨੈਸ਼ਨਲ ਦੀ ਗੱਲ ਕੀਤੀ ਹੈ। ਇੰਟਰਨੈਸ਼ਨਲ ਵਾਸਤੇ ਕਿਹੜੀ ਸੰਸਥਾ ਕੰਮ ਕਰਦੀ ਹੈ ਬੱਚਿਆਂ ਦੀ ਪ੍ਰੋਟੈਕਸ਼ਨ ਵਾਸਤੇ, ਉਹ ਇਹ ਸੰਸਥਾ ਕੰਮ ਕਰਦੀ ਹੈ। ਇਹ ਸੰਸਥਾ ਦਾ ਨਾਮ ਕੀ ਹੈ, ਫੁੱਲ ਫਾਰਮ ਕੀ ਹੈ, ਇਹ ਵੀ ਮੈਂ ਪੜਾਤੀ। ਪਹਿਲਾ ਨਾਮ ਕੀ ਸੀਗਾ, ਹੁਣ ਨਾਮ ਕੀ ਹੈ, ਹੈੱਡਕੁਆਟਰ ਕਿੱਥੇ ਹੈ, ਕੌਣ ਇਹਦੀ ਹੈੱਡ ਹੈ, ਕਿੰਨਵੀਂ ਹੈੱਡ ਹੈ, 8th ਹੈੱਡ ਹੈ, ਇਹ ਵੀ ਪੜਾਤਾ ਮੈਂ, ਠੀਕ ਹੈ। ਵੈਸੇ ਇੰਨੀ ਡਿਟੇਲ 'ਚ ਨਹੀਂ ਪੁੱਛਿਆ ਜਾਊਗਾ, ਹੈੱਡ ਪੁੱਛਿਆ ਜਾ ਸਕਦਾ, ਕਿਉਂਕਿ ਤੁਹਾਡਾ ਜਿਹੜਾ ਐਗਜ਼ਾਮ ਦਾ ਲੈਵਲ ਹੈਗਾ ਰਾਜੇ ਇੰਨਾ ਟਫ ਨਹੀਂ ਆਊਗਾ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ, ਥੋੜੀ ਜਿਹੀ ਦੀ ਡਿਟੇਲ ਪੜ੍ਹ ਲੈਂਦੇ ਹਾਂ ਰਾਜੇ। ਇਹ ਬਣੀ ਕਦੋਂ ਸੀਗੀ, ਕਿਵੇਂ ਹੋਣ ਦੇ ਵਿੱਚ ਆਈ ਹੈ। ਤਾਂ ਇਹ ਰਾਜੇ ਜਿਹੜੀ ਬਣੀ ਹੈਗੀ ਹੈ, ਇਹ ਬਣੀ ਗਈ ਹੈ 11 ਦਸੰਬਰ 1946 ਨੂੰ ਨਿਊਯਾਰਕ ਦੇ ਵਿੱਚ ਬਣਾਈ ਗਈ ਹੈ। ਇਹ ਕਾਹਦੇ ਵਾਸਤੇ ਬਣਾਈ ਗਈ ਸੀਗੀ, ਐਮਰਜੈਂਸੀ ਫੰਡ ਪ੍ਰੋਵਾਈਡ ਕਰਨ ਵਾਸਤੇ, ਜਿਹੜੇ ਚਿਲਡਰਨ ਤੇ ਮਦਰ ਅਫੈਕਟ ਹੋਏ ਸੀਗੇ ਵਰਲਡ ਵਾਰ 2 ਦੇ ਵਿੱਚ, ਉਦੋਂ ਬਣਾਈ ਗਈ ਸੀਗੀ, ਠੀਕ ਹੈ। ਇਹ ਕਹਾਣੀ ਤੁਹਾਨੂੰ ਮੈਂ ਦੱਸਤੀ ਸਾਰੀ, ਇਹਨੂੰ ਬਸ ਡੇਟ ਯਾਦ ਰੱਖ ਸਕਦੇ ਹੋ ਰਾਜੇ। 11 ਦਸੰਬਰ 1946 ਨਿਊਯਾਰਕ ਦਾ ਕੀ ਹੈ, ਹੈੱਡਕੁਆਟਰ ਹੈ, ਠੀਕ ਹੈ।
ਹੁਣ ਆਪਾਂ ਗੱਲ ਕਰਦੇ ਹਾਂ ਜੀ ਚਾਈਲਡ ਪ੍ਰੋਟੈਕਸ਼ਨ ਦੇ ਵਿੱਚ ਹੋਰ ਕੀ ਗੱਲਾਂ ਹੈਗੀਆਂ ਨੇ। ਕਹਿੰਦਾ ਹੁਣ ਭਾਰਤ ਦੀ ਗੱਲ ਕਰਦੇ ਹਾਂ, ਇੰਡੀਆ ਦੀ ਗੱਲ ਕਰਦੇ ਹਾਂ। ਕਹਿੰਦਾ ਜੀ ਭਾਰਤ ਕੋਲ ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ ਨੂੰ ਸੰਬੋਧਿਤ ਕਰਨ ਲਈ ਵਿਆਪਕ ਨੀਤੀਆਂ ਤੇ ਕਾਨੂੰਨੀ ਢਾਂਚਾ ਹੈਗਾ। ਤਾਂ ਹੁਣ ਦੇਖੋ, ਪਹਿਲਾਂ ਆਪਾਂ ਇੰਟਰਨੈਸ਼ਨਲ ਦੀ ਗੱਲ ਕਰ ਲਈ, ਹੁਣ ਆਪਾਂ ਨੈਸ਼ਨਲ ਦੀ ਗੱਲ ਕਰਦੇ ਹਾਂ। ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੇ ਆਪਣੇ ਕੋਲੇ ਕੀ ਨੇ, ਵੱਖਰੇ ਵੱਖਰੇ ਕਾਨੂੰਨ ਨੇ। ਆਪਣਾ ਜਿਹੜਾ ਸੰਵਿਧਾਨ ਹੈਗਾ, ਠੀਕ ਹੈ, ਉਹਦੇ ਵਿੱਚ ਵੀ ਵੱਖਰੇ ਵੱਖਰੇ ਆਰਟੀਕਲ ਨੇ, ਜਿਹਦੇ ਵਿੱਚ ਬੱਚਿਆਂ ਵਾਸਤੇ, ਉਹਨਾਂ ਦੀ ਸੁਰੱਖਿਆ ਵਾਸਤੇ, ਉਹਨਾਂ ਦੀ ਪੜ੍ਹਾਈ ਵਾਸਤੇ ਵੱਖਰੇ ਵੱਖਰੇ ਕੀ ਨੇ, ਆਪਣੇ ਕੋਲੇ ਕਾਨੂੰਨ ਲਾਗੂ ਕੀਤੇ ਗਏ ਨੇ। ਠੀਕ ਹੈ, ਆ ਸਾਰਾ ਕੁਝ ਲਿਖਿਆ ਗਿਆ ਰਾਜੇ, ਸਿੰਪਲ ਜਿਹੀਆਂ ਗੱਲਾਂ ਨੇ। ਕਹਿੰਦਾ ਜੋ ਕਿ ਯਕੀਨੀ ਬਣਾਉਣ ਦੇ ਮੌਕੇ ਪ੍ਰਦਾਨ ਕਰਦਾ ਹੈ ਕਿ ਸਾਰੇ ਬੱਚਿਆਂ ਦੀ ਸੁਰੱਖਿਆ ਸੇਵਾਵਾਂ ਤੱਕ ਬਰਾਬਰ ਪਹੁੰਚ ਹੈ, ਕਿ ਹਰ ਇੱਕ ਬੱਚੇ ਨੂੰ ਸੁਰੱਖਿਆ ਦਿੱਤੀ ਜਾਊਗੀ, ਭੇਦਭਾਵ ਨਹੀਂ ਕੀਤਾ ਜਾਊਗਾ, ਚਾਹੇ ਉਹ ਅਮੀਰ ਦਾ ਬੱਚਾ ਹੈ ਚਾਹੇ ਉਹ ਗਰੀਬ ਦਾ ਬੱਚਾ ਹੈ। ਠੀਕ ਹੈ, ਨੈਕਸਟ ਗੱਲ ਕਰਦੇ ਹਾਂ ਆਪਾਂ। ਹੁਣ ਨੈਕਸਟ ਕੀ ਹੈ ਜੀ, ਆਪਣੇ ਕੋਲੇ 4 ਕਾਨੂੰਨ ਨੇ ਰਾਜੇ। ਕਾਨੂੰਨ ਜਿਹੜੇ ਹੈਗੇ, ਇਹਨਾਂ ਦੇ ਨਾਮ ਯਾਦ ਰੱਖਣੇ ਨੇ, ਇਹਦੀ ਡਿਟੇਲ ਦੇ ਵਿੱਚ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਇਹਨਾਂ ਦੇ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਜਿਹੜਾ ਮੈਂ ਪਹਿਲਾਂ ਪੜ੍ਹ ਰਿਹਾ ਰਾਜੇ, ਇਹ ਤਾਂ ਇੰਨਾ ਮਹੱਤਵਪੂਰਨ ਹੈ, ਇਹਨੂੰ ਮੈਂ ਡਿਟੇਲ 'ਚ ਵੀ ਪੜ੍ਹਾਊਂਗਾ ਜਦੋਂ ਆਪਾਂ ਨੂੰ ਟਾਈਮ ਮਿਲਿਆ ਐਂਡ ਦੇ ਵਿੱਚ। ਪਹਿਲਾ ਜਿਹੜਾ ਆਪਣੇ ਕੋਲੇ ਕਾਨੂੰਨ ਆਉਂਦਾ ਹੈ ਇੰਡੀਆ ਦੇ ਵਿੱਚ, ਉਹ ਹੈਗਾ ਜੀ ਜੁਵਨਾਈਲ ਜਸਟਿਸ। ਜੁਵਨਾਈਲ ਦਾ ਮਤਲਬ ਹੁੰਦਾ ਨਾਬਾਲਗ, ਜਾਂ ਜਿਹਨੂੰ ਆਪਾਂ ਕਹਿੰਦੇ ਨੇ ਬੱਚਾ। ਨਾਬਾਲਗ ਨੂੰ ਕੀ ਕਹਿ ਦਿੰਦੇ, ਬੱਚਾ ਕਹਿ ਦਿੰਦੇ ਆ। ਜੁਵਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ। ਕੇਅਰ ਵੀ ਐਂਡ ਪ੍ਰੋਟੈਕਸ਼ਨ ਐਕਟ ਆਇਆ ਸੀਗਾ 2000 ਦੇ ਵਿੱਚ, ਤੇ 2015 ਵਿੱਚ ਕੀ ਹੋ ਗਈ, ਇਹਦੀ ਅਮੈਂਡਮੈਂਟ ਹੋ ਗਈ, ਜਿਹਨੂੰ ਆਪਾਂ ਕਹਿੰਦੇ ਨੇ ਸੋਧ ਦਿੱਤਾ ਗਿਆ। ਕਿਉਂ ਸੋਧਿਆ ਗਿਆ, ਇਹ ਵੀ ਪੜਾਉਂਗਾ। ਠੀਕ ਹੈ, ਤਾਂ ਤੁਸੀਂ ਕੀ ਯਾਦ ਕੀ ਰੱਖਣਾ ਕਿ ਇੰਡੀਆ ਦਾ ਜਿਹੜਾ ਮੁੱਖ ਕਾਨੂੰਨ ਕਿਹੜਾ ਚਾਈਲਡ ਪ੍ਰੋਟੈਕਸ਼ਨ ਵਾਸਤੇ ਰਾਜੇ, ਉਹ ਹੈਗਾ ਜੁਵਨਾਈਲ ਜਸਟਿਸ। ਜੁਵਨਾਈਲ ਦਾ ਮਤਲਬ ਹੁੰਦਾ ਨਾਬਾਲਗ, ਬੱਚਾ। ਇਹ ਕੀ ਕਰਦਾ ਹੈ, ਇਸ ਐਕਟ ਦੇ ਵਿੱਚ ਆਉਂਦਾ ਕੀ ਹੈ, ਕੇਅਰ ਵੀ ਆਉਂਦੀ ਹੈ ਤੇ ਪ੍ਰੋਟੈਕਸ਼ਨ ਵੀ ਆਉਂਦੀ ਹੈ। ਇਹ ਐਕਟ ਆਇਆ ਕਦੋਂ ਸੀਗਾ ਰਾਜੇ, 2000 ਦੇ ਵਿੱਚ ਆਇਆ ਸੀਗਾ, ਪਰ 2015 ਦੇ ਵਿੱਚ ਇਹਨੂੰ ਕੀ ਕੀਤਾ ਗਿਆ, ਅਮੈਂਡ ਕੀਤਾ ਗਿਆ, ਸੋਧਿਆ ਗਿਆ। ਠੀਕ ਹੈ, ਹੁਣ ਅਗਲਾ ਐਕਟ ਦੇਖਦੇ ਹਾਂ। ਅਗਲਾ ਹੈਗਾ ਜੀ ਬਾਲ ਵਿਆਹ ਦੀ ਮਨਾਹੀ ਦਾ ਐਕਟ। ਇਹ ਆਇਆ ਸੀ 2006 ਦੇ ਵਿੱਚ। ਹੁਣ ਤੁਹਾਨੂੰ ਪਤਾ ਹੈ, ਰਾਜਸਥਾਨ ਚਲੇ ਜਾਓ ਜਾਂ ਯੂਪੀ ਵਾਲੀ ਸਾਈਡ ਚਲੇ ਜਾਓ, ਅੱਜ ਕੱਲ ਵੀ ਬਾਲ ਵਿਆਹ ਹੋ ਰਹੇ ਹੈ। ਬਚਪਨ ਦੇ ਵਿੱਚ ਬੱਚੇ, ਮੁੰਡਾ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ, ਜਿਹੜਾ ਕਿ ਇੰਡੀਅਨ ਕਾਨੂੰਨ ਦੇ ਤਹਿਤ ਕੀ ਹੈ, ਇੱਕ ਬਹੁਤ ਵੱਡਾ ਸੰਗੀਨ ਜੁਰਮ ਹੈ। ਤਾਂ ਇਹਦੇ ਰੋਕਣ ਵਾਸਤੇ, ਬਾਲ ਵਿਆਹ ਨੂੰ ਰੋਕਣ ਵਾਸਤੇ ਕਿਹੜਾ ਐਕਟ ਆਪਣੇ ਕੋਲੇ, 2006 ਐਕਟ ਹੈ। ਇਸ ਤੋਂ ਬਾਅਦ ਅਗਲਾ ਐਕਟ ਆ ਗਿਆ ਰਾਜੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਅਤ ਐਕਟ। ਜਿਨਸੀ ਅਪਰਾਧ ਕਿਹੜੇ ਹੁੰਦੇ ਆ, ਜਿਵੇਂ ਬਲਾਤਕਾਰ ਹੋ ਗਿਆ। ਠੀਕ ਹੈ, ਪ੍ਰਮਾਤਮਾ ਕਰੇ ਕਿਸੇ ਨਾਲ ਨਾ ਹੋਵੇ, ਬਹੁਤ ਗੰਦਾ ਜੁਰਮ ਕਰਦੇ ਲੋਕ, ਪਤਾ ਨਹੀਂ ਹਵਾਨ ਨੇ। ਬਲਾਤਕਾਰ ਹੋ ਗਿਆ, ਮੰਨ ਲਓ ਕੁੱਟਮਾਰ ਹੋ ਗਈ, ਜਾਂ ਕੁਝ ਵੀ ਮਤਲਬ ਰਿਲੇਟਿਡ ਟੂ ਬੋਡੀ, ਉਹਨੂੰ ਰੋਕਣ ਵਾਸਤੇ ਜਿਹੜਾ ਐਕਟ ਹੈਗਾ ਰਾਜੇ, ਉਹ ਹੈਗਾ ਜੀ 2012 ਐਕਟ। ਠੀਕ ਹੈ ਜੀ, ਤਾਂ ਅਗਲਾ ਹੈਗਾ ਜੀ ਬਾਲ ਮਜ਼ਦੂਰੀ। ਹੁਣ ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਬਾਲ ਮਜ਼ਦੂਰੀ ਬਹੁਤ ਹੁੰਦੀ। ਤੁਸੀਂ ਵੱਡੇ ਹੋਟਲਾਂ ਵਿੱਚ ਚਲੇ ਜਾਓ, ਦੁਕਾਨਾਂ ਵਿੱਚ ਚਲੇ ਜਾਓ, ਛੋਟੇ ਛੋਟੇ ਬੱਚੇ ਕੰਮ ਕਰਦੇ ਹੁੰਦੇ, ਚਾਹੇ ਉਹ ਮਜਬੂਰੀ 'ਚ ਕਰਦੇ ਆ, ਪਰ ਸਰਕਾਰ ਕਹਿੰਦੀ ਹੈ ਕਿ ਬਾਲ ਮਜ਼ਦੂਰੀ ਜਿਹੜੀ ਹੈਗੀ ਹੈ ਰਾਜੇ, ਇਹ ਇੱਕ ਤਰ੍ਹਾਂ ਦਾ ਜੁਰਮ ਹੈ। ਇਹਨੂੰ ਰੋਕਣ ਵਾਸਤੇ ਇੱਕ ਐਕਟ ਆਇਆ ਸੀ 1986 ਦੇ ਵਿੱਚ, ਤੇ 2016 ਦੇ ਵਿੱਚ ਕੀ ਕੀਤਾ ਗਿਆ, ਉਹਨੂੰ ਅਮੈਂਡ ਕੀਤਾ ਗਿਆ। ਇਹ ਸਾਰੇ ਨਾਮ ਤੁਸੀਂ ਯਾਦ ਰੱਖਣੇ ਆਪਣੇ ਪੇਪਰਾਂ ਵਾਸਤੇ। ਹੁਣ ਅੰਗਰੇਜ਼ੀ ਦੇ ਵਿੱਚ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਰਾਜੇ। ਕਈ ਵਾਰੀ ਬੱਚਿਆਂ ਨੂੰ ਕੀ ਹੁੰਦਾ, ਇੰਗਲਿਸ਼ ਪੰਜਾਬੀ 'ਚ ਵੀ ਸਮਝ ਨਹੀਂ ਆਉਂਦੀ, ਕਿਉਂਕਿ 2-3 ਮੇਰੀਆਂ ਭੈਣਾਂ ਦੇ ਮੈਸੇਜ ਆਏ ਸੀਗੇ ਕਿ ਸਰ ਇੰਗਲਿਸ਼ ਦੇ ਵਿੱਚ ਵੀ ਨਾਲ ਜ਼ਰੂਰ ਲਿਖਿਓ। ਤਾਂ ਇੰਗਲਿਸ਼ ਦੇ ਵਿੱਚ ਵੀ ਨਾਲ ਲਿਖਿਆ ਗਿਆ ਰਾਜੇ। ਦੇਖੋ, ਜੁਵਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2000, ਅਮੈਂਡਮੈਂਟ ਇਨ 2015, ਦਾ ਪ੍ਰੋਬੇਸ਼ਨ ਆਫ ਦਾ ਚਾਈਲਡ ਮੈਰਿਜ ਐਕਟ। ਪ੍ਰੋਬਿਸ਼ਨ ਦਾ ਮਤਲਬ ਹੁੰਦਾ ਹੈ ਕਿ ਪ੍ਰੋਬਿਟਡ ਕਰਨਾ, ਮਤਲਬ ਕਿ ਰੋਕਣਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਦਾ ਪ੍ਰੋਟੈਕਸ਼ਨ ਆਫ ਦਾ ਚਿਲਡਰਨ ਫਰੋਮ ਦਾ ਸੈਕਸੁਅਲ ਆਫੈਂਸਿਸ ਐਕਟ। ਠੀਕ ਹੈ ਜੀ, ਬੇਸਿਕਲੀ ਇਹਦੇ ਵਿੱਚ ਬਲਾਤਕਾਰ ਦੀ ਘਟਨਾਵਾਂ ਆਉਂਦੀਆਂ ਨੇ। ਅਗਲਾ ਹੈਗਾ ਜੀ ਚਾਈਲਡ ਲੇਬਰ। ਠੀਕ ਹੈ, ਉਹਨੂੰ ਰੋਕਣਾ ਤੇ ਉਹਨੂੰ ਰੈਗੂਲੇਟ ਕਰਨਾ। ਠੀਕ ਹੈ ਜੀ, ਅਮੈਂਡਮੈਂਟ ਹੋਈ ਸੀਗੀ 2016 ਦੇ ਵਿੱਚ, ਆਇਆ ਕਦੋਂ ਸੀਗਾ, 1986 ਦੇ ਵਿੱਚ। ਇਹ ਚੀਜ਼ਾਂ ਯਾਦ ਰੱਖਣੀਆਂ ਤੁਸੀਂ ਪੇਪਰ ਵਾਸਤੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਹੁਣ ਆਪਣੇ ਦੇਸ਼ ਦੇ ਨਜ਼ਰ ਦੇ ਵਿੱਚ ਨਾਬਾਲਗ ਕੌਣ ਹੈ, ਬੱਚਾ ਕੌਣ ਹੈ। ਆਪਣੇ ਦੇਸ਼ ਦੀ ਨਜ਼ਰ ਦੇ ਵਿੱਚ, ਆਪਣੇ ਦੇਸ਼ ਦੇ ਕਾਨੂੰਨ ਦੀ ਨਜ਼ਰ ਦੇ ਵਿੱਚ ਬੱਚਾ ਕੌਣ ਹੈ, ਜਾਂ ਇੰਟਰਨੈਸ਼ਨਲ ਲਾਅ ਦੇ ਅਕੋਰਡਿੰਗ, ਜੇ ਮੈਂ UN ਦੀ ਗੱਲ ਕਰਾਂ, ਠੀਕ ਹੈ ਜੀ, ਉਹਦੇ ਅਕੋਰਡਿੰਗ ਬੱਚਾ ਕੌਣ ਹੈ ਰਾਜੇ, ਐਵਰੀ ਕਹਿੰਦਾ ਹਿਊਮਨ ਬੀਇੰਗ ਬਿਲੋ ਦਾ ਏਜ ਆਫ 18 ਈਅਰ। ਜਿਹੜਾ ਬੰਦਾ, ਚਾਹੇ ਇੰਡੀਆ ਦੀ ਗੱਲ ਕਰ ਲਓ, ਪਾਕਿਸਤਾਨ, ਚਾਈਨਾ, ਕੈਨੇਡਾ, ਅਮਰੀਕਾ, ਜਿਹੜਾ ਬੰਦਾ 18 ਸਾਲ ਦੀ ਉਮਰ ਤੋਂ ਘੱਟ ਹੈਗਾ ਰਾਜੇ, ਉਹਨੂੰ ਕੀ ਮੰਨਿਆ ਜਾਊਗਾ, ਚਾਈਲਡ ਮੰਨਿਆ ਜਾਊਗਾ। ਠੀਕ ਹੈ ਜੀ, ਨਾਬਾਲਗ ਮੰਨਿਆ ਜਾਊਗਾ। ਇਹ ਕੀ ਕਹਿੰਦਾ, ਕਾਨੂੰਨ ਕਹਿੰਦਾ, ਇੰਟਰਨੈਸ਼ਨਲ ਲਾਅ ਕਹਿੰਦਾ ਹੈ। ਕਹਿੰਦਾ ਜੀ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਇੱਕ ਬੱਚੇ ਦਾ ਮਤਲਬ ਹੈਗਾ ਹਰ ਇੱਕ ਉਹ ਮਨੁੱਖ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਇਹ ਤੁਹਾਨੂੰ ਪੁੱਛਿਆ ਜਾ ਸਕਦਾ। ਹੁਣ ਇੰਡੀਆ ਦੇ ਵਿੱਚ ਕੀ ਹੈ ਰਾਜੇ, ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਜੇ ਆਪਣੀ ਉਮਰ 18 ਸਾਲ ਜਦੋਂ ਹੋ ਜਾਂਦੀ ਹੈ, ਆਪਾਂ 18 ਸਾਲ ਦੀ ਉਮਰ ਹੋਣ ਤੋਂ ਬਾਅਦ ਹੀ ਵੋਟ ਪਾ ਸਕਦੇ ਹਾਂ, ਉਦੋਂ ਬਾਅਦ ਹੀ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਹਾਂ। ਚਾਹੇ ਉਹ ਵੱਖਰੀ ਗੱਲ ਆ, ਪਰ ਰਿਸ਼ਵਤ ਦੇ ਕੇ ਡਰਾਈਵਿੰਗ ਲਾਇਸੈਂਸ ਅੱਜ ਕੱਲ੍ਹ ਤਾਂ ਜੰਮਦੇ ਬੱਚੇ ਬਣਾਈ ਫਿਰਦੇ ਆ, ਪਰ ਕਾਨੂੰਨ ਦੇ ਅਕੋਰਡਿੰਗ ਕਹਿ ਰਿਹਾ ਮੈਂ, ਕਾਨੂੰਨ ਦੇ ਅਕੋਰਡਿੰਗ 18 ਸਾਲ ਦੀ ਉਮਰ ਜਦੋਂ ਹੋ ਜੂਗੀ, ਆਪਾਂ ਤਾਂ ਹੀ ਵੋਟ ਪਾ ਸਕਦੇ ਹਾਂ, ਤਾਂ ਹੀ ਡਰਾਈਵਿੰਗ ਲਾਇਸੈਂਸ
ਪ੍ਰਾਪਤ ਕਰ ਸਕਦੇ ਆ ਜਾਂ ਕੋਈ ਕਾਨੂੰਨੀ ਕਰਾਰਨਾਮਾ ਹੁੰਦਾ ਉਹਦੇ ਵਿੱਚ ਦਖਲ ਦੇ ਸਕਦੇ ਆ। ਠੀਕ ਹੈ ਜੀ। ਪਰ ਇਹ ਮਤਲਬ ਕਿ ਕਾਨੂੰਨ ਦੇ ਵਿੱਚ ਹੀ ਆ। ਆਪਣੇ ਇੰਡੀਆ ਵਿੱਚ ਬਹੁਤ ਚੀਜ਼ਾਂ ਘੱਟ ਲਾਗੂ ਹੁੰਦੀਆਂ, ਪਰ ਆਪਾਂ ਐਗਜ਼ਾਮ ਦੇ ਵਿੱਚ ਕਾਨੂੰਨ ਦੇ ਅਕੋਰਡਿੰਗ ਹੀ ਯਾਦ ਰੱਖਣਾ ਹੈ। ਹੁਣ ਜਿਵੇਂ ਮੰਨ ਲਓ ਕਹਿੰਦਾ ਬਾਲ ਵਿਆਹ ਰੋਕੂ ਕਾਨੂੰਨ ਆਇਆ ਸੀ 1929, ਜਿਹਦੇ ਵਿੱਚ ਕੀ ਹੈ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦੇ ਵਿਆਹ ਤੇ ਪਾਬੰਦੀ ਹੈ। ਤਾਂ ਇੰਡੀਆ ਦੇ ਵਿੱਚ ਜੇ ਕਿਸੇ ਕੁੜੀ ਦਾ 18 ਸਾਲ ਤੋਂ ਘੱਟ ਉਮਰ ਆ ਉਹ ਵਿਆਹ ਜੇ ਕਰਵਾਉਂਦੀ ਹੈ, ਜੇ ਕੋਈ ਮੁੰਡਾ 21 ਸਾਲ ਤੋਂ ਘੱਟ ਉਮਰ 'ਚ ਵਿਆਹ ਕਰਾਉਂਦਾ ਤਾਂ ਉਹ ਜੁਰਮ ਮੰਨਿਆ ਜਾਊਗਾ। ਤਾਂ ਇਹ ਸਾਰੀਆਂ ਗੱਲਾਂ ਬਾਤਾਂ ਰਾਜੇ ਚਾਈਲਡ ਕੀ ਹੁੰਦਾ ਇਹ ਯਾਦ ਰੱਖਣਾ ਇੰਟਰਨੈਸ਼ਨਲ ਲਾਅ ਦੇ ਅਕੋਰਡਿੰਗ ਜਾਂ ਇੰਡੀਅਨ ਲਾਅ ਦੇ ਅਕੋਰਡਿੰਗ। ਪਰ ਜੁਵੀਨਾਈਲ ਜਿਹੜਾ ਜਸਟਿਸ ਐਕਟ ਹੈਗਾ ਰਾਜੇ ਉਹਦੇ ਵਿੱਚ ਥੋੜੀ ਜਿਹੀ ਅਮੈਂਡਮੈਂਟ ਹੋ ਗਈ ਹੈ। ਉਹਦੇ ਵਿੱਚ ਜਿਹੜੀ ਆ ਉਮਰ ਹੈਗੀ ਆ ਇਹ ਘਟਾ ਦਿੱਤੀ ਗਈ ਹੈ। ਕਿਉਂ ਘਟਾ ਦਿੱਤੀ ਗਈ ਹੈ ਉਹ ਤੁਹਾਨੂੰ ਮੈਂ ਵਿਦ ਪ੍ਰੂਫ ਦੱਸੂਗਾ। ਦੋ ਗੱਲਾਂ ਹੁਣ ਦਿਮਾਗ 'ਚ ਯਾਦ ਰੱਖਣੀਆਂ। ਜਿਵੇਂ ਤੁਸੀਂ ਪਿੱਛੇ ਕਨਫਿਊਜ਼ ਹੋ ਗਏ ਸੀਗੇ ਕਿ ਸਰ ਚਾਈਲਡ ਕੇਅਰ ਵਾਸਤੇ 6 ਸਾਲ ਦੀ ਉਮਰ ਹੁੰਦੀ ਹੈ, ਤਾਂ ਉਵੇਂ ਇੱਥੇ ਕਨਫਿਊਜ਼ ਨਹੀਂ ਹੋਣਾ। ਵੈਸੇ ਤਾਂ 18 ਸਾਲ ਹੀ ਹੈ, ਪਰ ਬਾਅਦ 'ਚ ਅਮੈਂਡਮੈਂਟ ਹੋ ਗਈ 2015 ਦੇ ਵਿੱਚ ਇੰਡੀਆ ਦੇ ਵਿੱਚ, ਉਹ ਮੈਂ ਦੱਸ ਕੇ ਜਾਊਂਗਾ। ਠੀਕ ਹੈ, ਕਿਉਂ ਹੋਈ ਸੀਗੀ। ਨੈਕਸਟ ਪੜ੍ਹਦੇ ਹਾਂ ਜੀ ਆਪਾਂ। ਹੁਣ ਕਹਿੰਦਾ ਕੀ ਹੈ ਰਾਜੇ, ਜਿਹੜਾ ਆਪਣਾ ਇੰਡੀਅਨ ਲਾਅ ਹੈਗਾ, ਇੰਡੀਅਨ ਕਨਸਟੀਟਿਊਸ਼ਨ ਹੈਗਾ, ਆਪਣਾ ਸੰਵਿਧਾਨ ਹੈਗਾ, ਉਹ ਚਿਲਡਰਨ ਦੇ ਰਾਈਟ ਵਾਸਤੇ ਸਪੈਸ਼ਲ ਉਹਨੇ ਕੀ ਕੀਤਾ, ਆਪਣੇ ਕੁਝ ਆਰਟੀਕਲ ਐਡ ਕੀਤੇ ਗਏ ਆਪਣੇ ਸੰਵਿਧਾਨ ਦੇ ਵਿੱਚ। ਹੁਣ ਪਹਿਲਾ ਜਿਹੜਾ ਆਰਟੀਕਲ ਯਾਦ ਰੱਖਣਾ ਤੁਸੀਂ, ਆਰਟੀਕਲ 21A। ਆਰਟੀਕਲ 21A ਕੀ ਕਹਿੰਦਾ ਹੈ, ਰਾਈਟ ਟੂ ਫਰੀडम ਐਂਡ ਕੰਪਲਸਰੀ ਐਲੀਮੈਂਟਰੀ ਐਜੂਕੇਸ਼ਨ ਫॉर ਦਾ ਆਲ ਚਿਲਡਰਨ ਇਨ ਦਾ 6 ਤੋਂ ਲੈ ਕੇ 14 ਈਅਰ ਏਜ ਗਰੁੱਪ। ਕਹਿੰਦਾ ਜੀ 21A ਦੇ ਅਧੀਨ ਕਹਿੰਦਾ ਆਲ ਓਵਰ ਇੰਡੀਆ ਦੇ ਵਿੱਚ ਹਰ ਇੱਕ ਬੱਚੇ ਨੂੰ ਅਧਿਕਾਰ ਹੈ ਪੜ੍ਹਨ ਦਾ, ਉਹ ਵੀ ਬਿਲਕੁਲ ਫ੍ਰੀ। ਹੁਣ ਤੁਸੀਂ ਸਕੂਲਾਂ ਵਿੱਚ ਦੇਖਦੇ ਹੋਵੋਗੇ 7ਵੀਂ 8ਵੀਂ ਤੱਕ ਕਿਤਾਬਾਂ ਵੀ ਫ੍ਰੀ ਨੇ, ਖਾਣਾ ਵੀ ਫ੍ਰੀ ਹੈ, ਸਭ ਕੁਝ ਫ੍ਰੀ ਹੈ। ਉਹ ਗਵਰਨਮੈਂਟ ਦਿੰਦੀ ਹੈ ਕਿਉਂਕਿ ਗਵਰਨਮੈਂਟ ਆਪਣੇ ਤੋਂ ਕੀ ਲੈਂਦੀ ਹੈ, ਟੈਕਸ ਲੈਂਦੀ ਹੈ। ਤਾਂ ਇਹ ਜਿਹੜਾ ਆਰਟੀਕਲ 21A ਕਹਿੰਦਾ ਹੈ, ਤੁਹਾਨੂੰ ਪੁੱਛਿਆ ਜਾ ਸਕਦਾ ਵੀ ਕਿਹੜੇ ਆਰਟੀਕਲ ਦੇ ਅਧੀਨ 6 ਤੋਂ ਲੈ ਕੇ 14 ਸਾਲ ਦੇ ਜਿਹੜੇ ਬੱਚਿਆਂ ਦਾ ਗਰੁੱਪ ਹੈਗਾ ਜਾਂ ਏਜ ਹੈਗੀ ਆ ਉੱਥੇ ਆਪਾਂ ਨੂੰ ਫ੍ਰੀ ਐਜੂਕੇਸ਼ਨ ਮਿਲਦੀ ਹੈ। ਤਾਂ ਆਰਟੀਕਲ 21A ਯਾਦ ਰੱਖਣਾ। ਦੂਜਾ ਕੁਐਸਚਨ ਕਿਵੇਂ ਬਣ ਸਕਦਾ ਹੈ, ਐਂ ਬਣ ਸਕਦਾ ਕਿ ਆਰਟੀਕਲ 21A ਦੇ ਅਧੀਨ ਕਿੰਨੀ ਉਮਰ ਦੇ ਬੱਚੇ ਨੂੰ ਫ੍ਰੀ ਐਜੂਕੇਸ਼ਨ ਹੈ, ਤਾਂ ਉਹ ਕੁਐਸਚਨ ਦਾ ਆਨਸਰ ਆਊਗਾ 6 ਤੋਂ ਲੈ ਕੇ 14 ਸਾਲ। ਤਾਂ ਕੁਐਸਚਨ ਜਿਵੇਂ ਮਰਜ਼ੀ ਬਣਾ ਸਕਦਾ ਐਗਜ਼ਾਮੀਨਰ, ਤੁਸੀਂ ਪ੍ਰੋਪਰ ਯਾਦ ਰੱਖਣਾ। ਜਦੋਂ ਥਿਊਰੀ ਪੜ੍ਹੀ ਹੋਊਗੀ ਕਦੇ ਵੀ ਤੁਸੀਂ ਉਹਦੇ ਵਿੱਚ ਮਾਰ ਨਹੀਂ ਖਾਓਗੇ। ਹੁਣ ਠੀਕ ਹੈ ਜੀ, ਪੰਜਾਬੀ ਦੇ ਵਿੱਚ ਮੈਂ ਦੱਸਤਾ ਰਾਜੇ। ਕਹਿੰਦਾ ਜੀ ਭਾਰਤ ਦਾ ਸੰਵਿਧਾਨ ਸਾਰੇ ਬੱਚਿਆਂ ਨੂੰ ਕੁਝ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਕੀਤੇ ਗਏ ਨੇ ਕਿਹੜੇ, 6 ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਸਾਰੇ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਹੈਗਾ ਜੀ, ਆਰਟੀਕਲ 21A ਯਾਦ ਰੱਖ ਲਿਓ। ਹੁਣ ਨੈਕਸਟ ਆਰਟੀਕਲ ਕਿਹੜਾ ਜੀ, ਰਾਈਟ ਟੂ ਬੀਇੰਗ ਪ੍ਰੋਟੈਕਟਿਡ ਫਰੋਮ ਟ੍ਰੈਫਿਕਿੰਗ ਐਂਡ ਦਾ ਫੋਰਸਡ ਇਨਟੂ ਦਾ ਬਾਉਂਡਡ ਲੇਬਰ। ਟ੍ਰੈਫਿਕਿੰਗ ਦਾ ਮਤਲਬ ਹੁੰਦਾ ਰਾਜੇ ਜਿਵੇਂ ਬੱਚਿਆਂ ਦਾ ਲੈਣ ਦੇਣ ਕਰਦੇ ਆ, ਬੱਚਿਆਂ ਨੂੰ ਵੇਚ ਦਿੰਦੇ ਆ, ਹਨਾ, ਖਰੀਦਾ ਫਰੋਖਤ ਕਰਦੇ ਆ, ਬੱਚਿਆਂ ਦੀ ਸਪਲਾਈ ਕਰਦੇ ਆ। ਉਸ ਚੀਜ਼ ਨੂੰ ਰੋਕਣ ਵਾਸਤੇ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਵਿੱਚ ਤਸਕਰੀ ਕਰਨੀ। ਠੀਕ ਹੈ, ਤਸਕਰੀ ਕਰਦੇ ਆ ਨਾ ਲੋਕ, ਬੱਚਿਆਂ ਨੂੰ ਬੰਦੀ ਬਣਾ ਕੇ ਘਰੋਂ ਅਗਵਾ ਕਰ ਲੈਂਦੇ ਆ, ਅੱਗੇ ਜਾ ਕੇ ਉਹਨਾਂ ਨੂੰ ਕੀ ਕਰਦੇ, ਉਹਨਾਂ ਤੋਂ ਭੀਖ ਮੰਗਵਾਉਂਦੇ ਆ। ਉਹਦੇ ਅਧੀਨ ਉਹਨੂੰ ਰੋਕਣ ਵਾਸਤੇ ਤਸਕਰੀ ਤੇ ਮਜ਼ਦੂਰੀ ਲਈ ਮਜਬੂਰ ਕੀਤੇ ਜਾਣ ਤੋਂ ਸੁਰੱਖਿਅਤ ਹੋਣ ਦਾ ਅਧਿਕਾਰ ਐਕਟ ਕਿਹੜਾ, ਆਰਟੀਕਲ 23। ਤਾਂ ਆਰਟੀਕਲ 23 ਦੇ ਵਿੱਚ ਜੇ ਕੋਈ ਆਪਾਂ ਕਿਸੇ ਨੂੰ ਮਜਬੂਰ ਕਰਕੇ ਜਾਂ ਉਹਦੀ ਤਸਕਰੀ ਕਰਕੇ ਉਹ ਤੋਂ ਮਜ਼ਦੂਰੀ ਕਰਾਉਣੇ ਆ ਰਾਜੇ, ਉਹਨੂੰ ਰੋਕਣ ਵਾਸਤੇ ਆਰਟੀਕਲ 23 ਆਪਣੇ ਕੋਲੇ ਸੰਵਿਧਾਨ ਦੇ ਵਿੱਚ। ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ ਰਾਈਟ ਟੂ ਬੀ ਪ੍ਰੋਟੈਕਟਿਡ ਫਰੋਮ ਐਨੀ ਹੈਜ਼ਰਡਸ ਐਮਪਲੋਇਮੈਂਟ ਟਿਲ ਦਾ ਏਜ ਆਫ 14। ਹੁਣ ਮੰਨ ਲਓ ਹੈਜ਼ਰਡ ਦਾ ਮਤਲਬ ਹੁੰਦਾ ਖਤਰਨਾਕ। ਠੀਕ ਹੈ, ਹੁਣ ਖਤਰਨਾਕ ਰੋਜ਼ਗਾਰ ਕੀ ਹੋ ਸਕਦਾ ਹੈ, ਮੰਨ ਲਓ ਕੋਈ ਬਹੁਤ ਵੱਡੀਆਂ ਮਸ਼ੀਨਾਂ ਚੱਲ ਰਹੀਆਂ ਨੇ, ਜਾਂ ਕੋਈ ਅੱਗ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਨੇ, ਜਾਂ ਤੰਬਾਕੂ ਸ਼ਰਾਬ ਜਿੱਥੇ ਬਣਦੀ ਹੈ, ਉਹ ਬੱਚਿਆਂ ਵਾਸਤੇ ਖਤਰਨਾਕ ਰੋਜ਼ਗਾਰ ਹੁੰਦਾ ਹੈ। ਤਾਂ 14 ਸਾਲ ਦੀ ਉਮਰ ਤੋਂ ਘੱਟ ਆਪਾਂ ਉਹਨਾਂ ਤੋਂ ਕੰਮ ਨਹੀਂ ਕਰਾ ਸਕਦੇ, ਖਤਰਨਾਕ ਇੰਪਲੋਇਮੈਂਟ ਨਹੀਂ ਕਰਵਾ ਸਕਦੇ। ਇਹ ਆਰਟੀਕਲ 24 ਕਹਿੰਦਾ ਹੈ ਬੱਚਿਆਂ ਦੇ ਵਾਸਤੇ, ਬੱਚਿਆਂ ਦੇ ਹਿੱਤ ਦੇ ਵਿੱਚ ਹੈ ਇਹ। ਠੀਕ ਹੈ, ਤਾਂ ਖਤਰਨਾਕ ਰੋਜ਼ਗਾਰ ਤੋਂ ਸੁਰੱਖਿਅਤ ਹੋਣ ਵਾਸਤੇ ਕਿਹੜਾ ਆਰਟੀਕਲ ਹੈ, ਆਰਟੀਕਲ ਆਪਣੇ ਕੋਲੇ 24 ਹੈ। ਜਾਂ ਪੁੱਛਿਆ ਜਾ ਸਕਦਾ ਕਿ ਆਰਟੀਕਲ 24 ਦੇ ਅਧੀਨ ਕਿਹੜੀ ਮਜ਼ਦੂਰੀ ਨਹੀਂ ਕਰਾ ਸਕਦੇ, ਤਾਂ ਖਤਰਨਾਕ ਰੋਜ਼ਗਾਰ ਦੀ ਮਜ਼ਦੂਰੀ ਨਹੀਂ ਕਰਾ ਸਕਦੇ। ਨੈਕਸਟ ਆਪਾਂ ਗੱਲ ਕਰੀਏ ਰਾਜੇ, ਅਗਲਾ ਹੈਗਾ ਜੀ ਆਪਣਾ ਬੇਸਿਕਲੀ ਕਹਿੰਦਾ ਜੀ ਰਾਈਟ ਟੂ ਬੀ ਪ੍ਰੋਟੈਕਟਿਡ ਫਰੋਮ ਬੀਇੰਗ ਅਬਿਊਜ਼ਡ ਐਂਡ ਫੋਰਸਡ ਬਾय ਦਾ ਇਕਨੋਮਿਕਲੀ ਨੈਸੈਸਿਟੀ ਟੂ ਦਾ ਐਂਟਰ ਆਕੂਪੇਸ਼ਨਸ ਅਨਸੂਟਡ ਟੂ ਦਾ ਏਜ ਔਰ ਸਟਰੈਂਥ, ਆਰਟੀਕਲ 39E। ਹੁਣ ਕੀ ਹੁੰਦਾ ਹੈ, ਇੱਕ ਤਾਂ ਦੁਰਵਿਵਹਾਰ ਕਰਦੇ ਆ ਆਪਾਂ, ਜੇ ਮੰਨ ਲਓ ਕੋਈ ਬੱਚਾ ਆਪਣੇ ਕੋਲ ਕੰਮ ਕਰ ਰਿਹਾ, ਆਪਾਂ ਉਹਦੇ ਨਾਲ ਮਾਰਕੁੱਟ ਕਰ ਰਹੇ ਹਾਂ, ਠੀਕ ਹੈ ਜੀ, ਉਹਨੂੰ ਪੈਸੇ ਨਹੀਂ ਦੇ ਰਹੇ, ਜਾਂ ਆਪਾਂ ਆਪਦੀ ਆਰਥਿਕ ਲੋੜ ਵਾਸਤੇ। ਹੁਣ ਮੰਨ ਲਓ ਘਰਾਂ ਵਿੱਚ ਕੀ ਹੁੰਦਾ ਕਿ ਕਈ ਵਾਰੀ ਮਾਂ-ਬਾਪ, ਕਈ ਵਾਰੀ ਮਾਂ-ਪਿਓ ਜਾਂ ਪਿਓ ਨਸ਼ੇੜੀ ਹੁੰਦਾ ਹੈ, ਉਹ ਆਪਣੇ ਬੱਚੇ ਨੂੰ ਕੁੱਟ ਮਾਰ ਕੇ ਆਪਣੀ ਸ਼ਰਾਬ ਪੀਣ ਵਾਸਤੇ, ਜੇ ਪੈਸੇ ਇਕੱਠੇ ਕਰਨ ਵਾਸਤੇ ਆਪਣੇ ਬੱਚੇ ਤੋਂ ਮਜ਼ਦੂਰੀ ਕਰਾਉਂਦਾ ਧੱਕੇ ਨਾਲ। ਠੀਕ ਹੈ, ਜਾਂ ਬੱਚਾ ਛੋਟਾ ਹੈ ਉਹ ਤੋਂ ਕੰਮ, ਉਹਦੀ ਉਮਰ ਤੋਂ ਵੱਡਾ ਕੰਮ ਲਿਆ ਜਾਂਦਾ। ਜਿਵੇਂ ਮੰਨ ਲਓ ਕੋਈ ਬੱਚਾ ਛੋਟਾ ਹੋਵੇ, ਉਹਨੂੰ ਕਵਾਂਗੇ ਆਪਾਂ ਮਜ਼ਦੂਰੀ ਕਰ, ਭਾਰ ਚੱਕ ਕੇ, ਜਿਵੇਂ ਭਾਰ ਚੱਕਣ ਵਾਲੀ ਮਜ਼ਦੂਰੀ ਕਰਾਉਣੀ। ਤਾਂ ਇਦਾਂ ਦੇ ਕੰਮ ਕਰਾਉਣ ਨੂੰ ਰੋਕਣ ਵਾਸਤੇ ਆਪਣੇ ਕੋਲ ਕਿਹੜਾ ਆਰਟੀਕਲ ਆ ਗਿਆ ਰਾਜੇ, ਆਰਟੀਕਲ 39E ਆ ਗਿਆ। ਇਹਦੇ ਵਿੱਚ ਕੀ ਹੈ, ਦੁਰਵਿਵਹਾਰ ਕਰਨਾ,
ਆਰਥਿਕ ਲੋੜਾਂ ਦੁਆਰਾ ਆਪਣੀ ਉਮਰ ਜਾਂ ਤਾਕਤ ਦੇ ਅਨੁਕੂਲ ਕਿੱਤਿਆਂ ਵਿੱਚ ਦਾਖਲ ਹੋਣ ਲਈ ਮਜਬੂਰ ਹੋਣ ਤੋਂ ਸੁਰੱਖਿਅਤ ਹੋਣ ਦਾ ਅਧਿਕਾਰ ਹੈ। ਕਿ ਮੰਨ ਲਓ ਆਪਣੇ ਘਰ ਦੀ ਜਾਂ ਆਪਣੀ ਮੈਂ ਜਿਵੇਂ ਮੰਨ ਲਓ ਮੈਂ ਆਪਣੀ ਲੋੜ ਵਾਸਤੇ ਆਪਣੇ ਬੱਚੇ ਨੂੰ ਕਹਾਂ ਤੂੰ ਕੰਮ ਕਰ, ਮੈਂ ਨਹੀਂ ਕੰਮ ਕਰੂੰਗਾ, ਜਾਂ ਆਪਣੇ ਬੱਚੇ ਨੂੰ ਕੁੱਟ ਮਾਰ ਕੇ ਭੇਜਾਂ ਮਜ਼ਦੂਰੀ ਵਾਸਤੇ, ਆਪਣੇ ਨਸ਼ੇ ਪੱਤਿਆਂ ਵਾਸਤੇ, ਜਾਂ ਆਪਣੇ ਘਰ ਦੇ ਗੁਜ਼ਾਰੇ ਵਾਸਤੇ, ਉਹਦੇ ਵਾਸਤੇ ਰੋਕਣ ਵਾਸਤੇ ਮੰਨ ਲਓ ਕੋਈ ਬੱਚਾ ਜਾ ਕੇ ਅਪੀਲ ਕਰਦਾ ਤਾਂ ਆਰਟੀਕਲ 39E ਦੇ ਅਧੀਨ ਉਹਨੂੰ ਕੀ ਮਿਲੂਗੀ? ਸੁਰੱਖਿਆ ਮਿਲੂਗੀ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਹੁਣ ਇਸ ਤੋਂ ਅਗਲਾ ਜਿਹੜਾ ਆਰਟੀਕਲ ਹੈਗਾ ਰਾਜੇ 39F। 39F ਕੀ ਕਹਿੰਦਾ ਰਾਜੇ? ਵੈਸੇ ਤੇ ਇੰਨਾ ਇੰਪੋਰਟੈਂਟ ਨਹੀਂ ਹੈਗਾ ਪਰ ਪੜ੍ਹਾ ਦਿੰਦਾ ਤੁਹਾਨੂੰ ਮੈਂ। ਇਹ ਕਹਿੰਦਾ 39F ਕਹਿੰਦਾ ਹਰੇਕ ਬੱਚੇ ਨੂੰ ਆਜ਼ਾਦੀ ਨਾਲ ਜੀਣ ਦਾ ਅਧਿਕਾਰ ਹੈਗਾ, ਆਜ਼ਾਦੀ ਨਾਲ ਉਹਦਾ ਵਿਕਾਸ ਹੋਣਾ ਚਾਹੀਦਾ ਹੈ ਹਰੇਕ ਬੱਚੇ ਨੂੰ। ਕਹਿੰਦਾ ਇੱਕ ਸਿਹਤਮੰਦ ਢੰਗ ਨਾਲ, ਇੱਕ ਆਜ਼ਾਦੀ ਨਾਲ, ਸਨਮਾਨ ਨਾਲ ਵਿਕਾਸ ਕਰਨਾ ਹਰੇਕ ਬੱਚੇ ਦਾ ਕੀ ਹੈ? ਇੱਕ ਮੌਲਿਕ ਅਧਿਕਾਰ ਹੈ। ਇਹ ਕੌਣ ਕਹਿੰਦਾ ਰਾਜੇ? ਆਰਟੀਕਲ 39F ਕਹਿੰਦਾ ਕਿ ਬੱਚੇ ਦਾ ਅਗਰ ਕੋਈ ਸ਼ੋਸ਼ਣ ਹੋ ਰਿਹਾ ਹੈ, ਚਾਹੇ ਉਹ ਨੈਤਿਕ ਤੌਰ ਤੇ ਹੋ ਰਿਹਾ ਹੈ, ਮੰਨ ਲਓ ਜਾਂ ਉਹਨੂੰ ਪਦਾਰਥ ਨਹੀਂ ਮਿਲ ਰਹੇ, ਜਾਂ ਉਹਨੂੰ ਪ੍ਰੋਪਰ ਡਾਈਟ ਨਹੀਂ ਮਿਲ ਰਹੀ, ਉਹਨੂੰ ਗਰੰਟੀ ਮਤਲਬ ਉਹਨੂੰ ਸੁਰੱਖਿਆ ਪ੍ਰਦਾਨ ਕੌਣ ਕਰੂਗਾ? 39F ਪ੍ਰਦਾਨ ਕਰੂਗਾ, ਆਰਟੀਕਲ ਆਪਣਾ ਸੰਵਿਧਾਨ ਦਾ। ਤਾਂ ਇਹ ਸਾਰੇ ਸੀਗੇ ਰਾਜੇ ਆਰਟੀਕਲ, ਤੁਹਾਡੇ ਇੰਪੋਰਟੈਂਟ ਆਰਟੀਕਲ ਸੀਗੇ। ਹੁਣ ਆਰਟੀਕਲ 45 ਆ ਗਿਆ। ਹੁਣ ਆਰਟੀਕਲ 45 ਕੀ ਕਹਿੰਦਾ? ਜਿੱਥੇ ਬੱਚੇ ਕਨਫਿਊਜ਼ ਹੁੰਦੇ ਆ, ਰਾਈਟ ਟੂ अर्ਲੀ ਚਾਈਲਡਹੁੱਡ ਕੇਅਰ। ਦੇਖੋ ਆ ਗਿਆ ਨਾ अर्ਲੀ ਚਾਈਲਡਹੁੱਡ ਕੇਅਰ। ਜਦੋਂ ਮੈਂ ਕਿਹਾ ਸੀ ਕੱਲੀ अर्ਲੀ ਚਾਈਲਡਹੁੱਡ ਕੇਅਰ ਦੀ ਗੱਲ ਕਰੂਗਾ ਤਾਂ ਉਮਰ ਕਿੰਨੀ ਮੰਨੀ ਜਾਊਗੀ? 0 ਤੋਂ ਲੈ ਕੇ 6 ਸਾਲ। ਤਾਂ ਦੇਖੋ ਸੰਵਿਧਾਨ ਨੇ ਵੀ ਪ੍ਰੂਵ ਕਰਤਾ। ਕਹਿੰਦਾ ਕੀ ਹੈ? right to early childhood care and education to all the children until the complete the age of 6 year। ਠੀਕ ਹੈ, ਇਹ ਆਰਟੀਕਲ 45 ਕਹਿੰਦਾ। ਹੁਣ ਇੱਥੇ ਨਾ ਕਨਫਿਊਜ਼ ਹੋ ਜਾਓ, ਕੇਅਰ ਐਂਡ ਐਜੂਕੇਸ਼ਨ ਆ ਗਿਆ। ਮੈਂ ਜਿਹੜੀ ਉਹ ਗੱਲ ਕੀਤੀ ਆ ਉਹ ਮੈਂ ਇੰਟਰਨੈਸ਼ਨਲ ਲੈਵਲ ਦੀ ਗੱਲ ਕੀਤੀ ਆ। ਇਹ ਸੰਵਿਧਾਨ ਦੇ ਵਿੱਚ ਇੱਕ ਆਰਟੀਕਲ ਹੈ, ਠੀਕ ਹੈ, ਸੰਵਿਧਾਨ ਦੇ ਵਿੱਚ ਆਰਟੀਕਲ ਹੈ ਚਾਈਲਡ ਕੇਅਰ ਦੀ ਗੱਲ ਕਰ ਰਿਹਾ। ਕਹਿੰਦਾ ਚਾਈਲਡ ਕੇਅਰ ਐਂਡ ਐਜੂਕੇਸ਼ਨ, ਤਾਂ ਉਹਦੇ ਵਾਸਤੇ ਕਹਿੰਦਾ 6 ਸਾਲ ਦੀ ਉਮਰ ਤੱਕ ਜੇ ਉਹਦੀ ਪ੍ਰੋਟੈਕਸ਼ਨ ਚਾਹੀਦੀ ਆਪਾਂ ਨੂੰ, ਆਰਟੀਕਲ 45 ਕਹਿੰਦਾ ਵੀ 6 ਸਾਲ ਦੀ ਉਮਰ ਪੂਰੀ ਹੋਣ ਤੱਕ ਸਾਰੇ ਬੱਚਿਆਂ ਨੂੰ ਸ਼ੁਰੂਆਤੀ ਬਚਪਨ ਦੀ ਦੇਖਭਾਲ ਤੇ ਸੁਰੱਖਿਆ ਦਾ ਅਧਿਕਾਰ ਹੈਗਾ। ਤੁਸੀਂ ਕਹੋਗੇ ਸਰ ਜੀ ਇਹ ਤਾਂ ਆਰਟੀਕਲ 21A ਵੀ ਕਹਿੰਦਾ ਹੈ। ਮੈਨੂੰ ਪਤਾ ਤੁਸੀਂ ਕਨਫਿਊਜ਼ ਹੋਣਾ ਹੈ, ਤਾਂ ਤੁਹਾਡੀ ਕਨਫਿਊਜ਼ਨ ਆਪਾਂ ਪਹਿਲਾਂ ਹੀ ਦੂਰ ਕਰ ਦਿੰਦੇ ਹਾਂ। ਕਿਵੇਂ ਕਰ ਦਿੰਦੇ ਹਾਂ? ਨੈਕਸਟ ਆਪਾਂ ਦੇਖਦੇ ਹਾਂ। ਦੋਨੇ ਆਰਟੀਕਲ ਬਹੁਤ ਸੇਮ ਜੇ ਹੈ। ਕਹਿੰਦਾ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਦਾ ਆਰਟੀਕਲ 45 ਐਂਡ 21A। ਹੁਣ ਆਰਟੀਕਲ 21 ਕੀ ਕਰਦਾ ਹੈ? ਆਰਟੀਕਲ 21A ਕਹਿੰਦਾ ਇਹ ਵਿਵਸਥਾ ਕਰਦਾ ਕਿ ਸਟੇਟ ਦੇ ਵਿੱਚ ਮਤਲਬ ਰਾਜ ਦੇ ਵਿੱਚ 6 ਤੋਂ ਲੈ ਕੇ 14 ਸਾਲ ਦੀ ਉਮਰ ਦੇ ਬੱਚਿਆਂ ਵਾਸਤੇ ਮੁਫਤ ਲਾਜ਼ਮੀ ਸਿੱਖਿਆ, ਸਿਰਫ ਸਿੱਖਿਆ ਦੀ ਗੱਲ ਕਰਦੇ ਹਾਂ ਆਪਾਂ, ਫ੍ਰੀ ਐਜੂਕੇਸ਼ਨ, ਫ੍ਰੀ ਬੁੱਕਸ ਪ੍ਰਦਾਨ ਕਰੂਗਾ। ਪਰ ਜਿਹੜਾ ਆਰਟੀਕਲ 45 ਇਹ ਨਾਲ ਕੇਅਰ ਦੀ ਗੱਲ ਵੀ ਕਰਦਾ ਹੈ। ਕੇਅਰ ਦੀ ਗੱਲ ਕਿਉਂ ਕਰਦਾ ਹੈ? ਕੇਅਰ ਦੀ ਗੱਲ ਇਸ ਕਰਕੇ ਕਰਦਾ ਰਾਜੇ, ਜਿੱਥੇ ਕੇਅਰ ਦੀ ਗੱਲ ਆ ਜਾਊਗੀ ਉੱਥੇ ਦੇਖੋ ਸਰਕਾਰ ਤਾਂ ਚਲੋ ਜ਼ਿੰਮੇਵਾਰ ਹੈਗੀ ਲੇਕਿਨ ਆਪਣੇ ਮਾਂ-ਬਾਪ ਵੀ ਜ਼ਿੰਮੇਵਾਰ ਹੈਗੇ ਆ। ਤਾਂ 45 ਇਹ ਕਹਿੰਦਾ ਇਹ ਵਿਵਸਥਾ ਕਰਦਾ ਕਿ ਰਾਜ ਦੇ ਵਿੱਚ 6 ਸਾਲ ਦੀ ਉਮਰ ਤੱਕ ਸਾਰੇ ਬੱਚਿਆਂ ਦੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਤੇ ਦੇਖਭਾਲ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਉਹਨਾਂ ਦੀ ਪ੍ਰੋਟੈਕਸ਼ਨ, ਉਹਨਾਂ ਦੀ ਕੇਅਰ ਤੇ ਉਹਨਾਂ ਦੀ ਪ੍ਰੀ ਐਜੂਕੇਸ਼ਨ ਮਤਲਬ ਉੱਠਣਾ ਬੈਠਣਾ ਖਾਣਾ ਜਿਹੜਾ ਆਪਾਂ ਸਿਖਾਉਣੇ ਆ ਉਹਨਾਂ ਨੂੰ, ਜਾਂ ਗ੍ਰੇਡ 1 2 3 ਤੱਕ ਦੀ ਗੱਲ ਕਰਦਾ ਮੈਂ। ਠੀਕ ਹੈ ਜੀ, ਤਾਂ ਇਹ ਸੀਗਾ ਜੀ ਆਰਟੀਕਲ 21A ਤੇ 45 ਦੇ ਵਿੱਚ ਕੀ ਹੈ ਡਿਫਰੈਂਸ ਹੈ, ਇਹਨੂੰ ਤੁਸੀਂ ਪੜ੍ਹ ਸਕਦੇ ਹੋ। ਇਹ ਦੋਨੇ ਗੱਲਾਂ ਮੈਂ ਲਿਖੀਆਂ ਗਈਆਂ ਇਹਦੇ ਵਿੱਚ। ਠੀਕ ਹੈ, ਤਾਂ ਆਈ ਹੋਪ ਤੁਹਾਨੂੰ ਇਹ ਆਰਟੀਕਲ ਵਗੈਰਾ ਕਲੀਅਰ ਹੋ ਗਏ ਹੋਣਗੇ ਰਾਜੇ, ਕਿਹੜੇ ਕਿਹੜੇ ਪ੍ਰੋਟੈਕਸ਼ਨ ਵਾਸਤੇ ਕੰਮ ਕਰਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਨੈਕਸਟ ਆਰਟੀਕਲ ਆਪਣੇ ਕੋਲੇ ਆ ਗਿਆ ਆਰਟੀਕਲ 47 ਕੀ ਕਹਿੰਦਾ? ਪੋਸ਼ਣ। ਤੁਹਾਨੂੰ ਮੈਂ ਕੱਲ ਕੁਪੋਸ਼ਣ ਪੜਾਇਆ ਸੀ। ਕੁਪੋਸ਼ਣ ਦੇ ਵਿੱਚ ਕੀ ਹੁੰਦਾ? ਪ੍ਰੋਪਰ ਖੁਰਾਕ ਨਹੀਂ ਮਿਲਦੀ, ਬੱਚਾ ਕਮਜ਼ੋਰ ਪੈਦਾ ਹੁੰਦਾ ਜਾਂ ਬੱਚਾ ਬਹੁਤ ਕਮਜ਼ੋਰ ਹੋ ਕੇ ਉਹਦੀ ਡੈਥ ਹੋ ਜਾਂਦੀ ਹੈ, ਉਹਨੂੰ ਕਹਿ ਦਿੰਦੇ ਮਾਲ ਨਿਊਟ੍ਰੀਸ਼ਨ ਜਾਂ ਕੁਪੋਸ਼ਣ ਕਹਿ ਦਿੰਦੇ ਆ। ਹੁਣ ਪੋਸ਼ਣ ਮਤਲਬ ਪ੍ਰੋਪਰ ਉਹਨੂੰ ਡਾਈਟ ਮਿਲਣੀ ਚਾਹੀਦੀ ਹੈ, ਉਹਦਾ ਜੀਵਨ ਪੱਧਰ ਵਧੀਆ ਹੋਣਾ ਚਾਹੀਦਾ ਹੈ, ਜਨਤਕ ਸਿਹਤ ਉਹਦੀ ਵਧੀਆ ਹੋਣੀ ਚਾਹੀਦੀ ਹੈ। ਇਹਦਾ ਅਧਿਕਾਰ ਕੌਣ ਦਿੰਦਾ? ਆਰਟੀਕਲ 47 ਦਿੰਦਾ ਹੈ। ਠੀਕ ਹੈ ਜੀ, ਤਾਂ ਕਲੀਅਰ ਹੈ, ਇਹ ਲਾਸਟ ਆਰਟੀਕਲ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਚਾਈਲਡ ਬੈਗਿੰਗ ਦੀ ਗੱਲ ਕਰਦੇ ਹਾਂ। ਲੋਕ ਬੱਚਿਆਂ ਤੋਂ ਕੀ ਕਰਾਉਣਾ? ਭੀਖ ਮੰਗਵਾਉਣੀ। ਇਹ ਆਪਣੇ ਇੰਡੀਆ ਦੇ ਵਿੱਚ ਬਹੁਤ ਚੱਲਦਾ ਹੈ, ਇੱਕ ਬਹੁਤ ਸੰਗੀਨ ਜੁਰਮ ਹੈ। ਪਰ ਦੇਖੋ ਸਾਰੇ ਆਪਣੇ ਕੋਲੇ ਮਤਲਬ ਕਿ ਕਾਨੂੰਨ ਹੋਣ ਦੇ ਬਾਵਜੂਦ ਵੀ ਇਹ ਬਹੁਤ ਜ਼ਿਆਦਾ ਕੀ ਆ ਫੈਲਿਆ ਹੋਇਆ ਹਰ ਇੱਕ ਸਟੇਟ ਦੇ ਵਿੱਚ। ਕਹਿੰਦਾ ਜੀ ਭੀਖ ਮੰਗਣ ਲਈ ਨਾਬਾਲਗ ਨੂੰ ਅਗਵਾ ਕਰਨਾ ਜਾਂ ਉਹਨੂੰ ਅਪੰਗ ਕਰਨਾ। ਤੁਹਾਨੂੰ ਪਤਾ ਹੈ ਕਿ ਜਿਹੜਾ ਬੱਚਾ ਜੇ ਮੰਨ ਲਓ ਉਹਦੀ ਲੱਤ ਟੁੱਟੀ ਹੋਈ ਹੈ, ਜਾਂ ਉਹਦੀ ਬਾਹਾਂ ਨਹੀਂ ਹੈਗੀਆਂ, ਜਾਂ ਉਹਦੀ ਅੱਖਾਂ ਨਹੀਂ ਹੈਗੀਆਂ, ਆਪਾਂ ਨੂੰ ਤਰਸ ਆ ਜਾਂਦਾ, ਆਪਾਂ ਵੱਧ ਭੀਖ ਦਿੰਦੇ ਆ। ਤਾਂ ਲੋਕ ਜਿਹੜੇ ਤਸਕਰੀ ਕਰਦੇ ਆ ਬੱਚਿਆਂ ਦੀ, ਉਹ ਕੀ ਕਰਦੇ ਆ? ਬੱਚਿਆਂ ਨੂੰ ਸਭ ਤੋਂ ਪਹਿਲਾਂ ਉਹਨਾਂ ਦੇ ਅੰਗ ਕੱਟ ਦਿੰਦੇ ਆ, ਉਹਨਾਂ ਦੀ ਅੱਖਾਂ ਖਰਾਬ ਕਰ ਦਿੰਦੇ ਆ, ਜਾਣ ਕੇ ਕੰਮ ਕਰਾਉਂਦੇ ਆ। ਮਤਲਬ ਕਿ ਇੱਕ ਤਰ੍ਹਾਂ ਦਾ ਬਿਜ਼ਨਸ ਬਣਾਇਆ ਹੋਇਆ ਲੋਕਾਂ ਨੇ। ਇਹਨੂੰ ਰੋਕਣ ਵਾਸਤੇ ਰਾਜੇ ਆਪਣੀ ਜਿਹੜੀ ਇੰਡੀਅਨ ਪੀਨਲ ਕੋਡ ਹੈਗੀ ਹੈ, IPC ਦੀ ਧਾਰਾ ਹੈਗੀ ਹੈ 363A ਦੇ ਤਹਿਤ ਕੀ ਇੱਕ ਸਜ਼ਾਯੋਗ ਹੈ। ਜੇ ਕੋਈ ਬੰਦਾ ਭੀਖ ਮੰਗਵਾਉਂਦਾ ਬੱਚੇ ਤੋਂ, ਜਾਂ ਉਹਨੂੰ ਗਵਾਹ ਕਰਦਾ ਜਾਂ ਅਪੰਗ ਕਰਦਾ, ਉਹਨੂੰ ਸਜ਼ਾ ਮਿਲਦੀ ਹੈ। ਠੀਕ ਹੈ, ਤਾਂ ਇਹ ਲਿਖਿਆ ਗਿਆ 363A। ਤੁਹਾਨੂੰ ਪੁੱਛਿਆ ਜਾ ਸਕਦਾ ਵੀ ਕਿਹੜੀ IPC ਦੀ ਧਾਰਾ ਹੈ, ਤਾਂ 363A ਹੈ। ਇਸ ਤੋਂ ਇਲਾਵਾ ਕਹਿੰਦਾ ਜੀ ਕਿਸੇ ਜਨਤਕ ਥਾਂ ਤੇ ਭੀਖ ਮੰਗਵਾਉਣਾ, ਪ੍ਰਾਪਤ ਕਰਨਾ ਭਾਵੇਂ ਕਿਸੇ ਬਹਾਨੇ, ਜਿਵੇਂ ਕੋਈ ਗਾਉਣਾ, ਨੱਚਣਾ, ਕਿਸਮਤ ਦੱਸਣਾ। ਹੁਣ ਦੇਖੋ ਭਿਖਾਰੀ ਬਹਾਨੇ ਮਾਰਦੇ ਨਾ, ਕੋਈ ਗਾ ਕੇ ਮੰਗਦਾ, ਕੋਈ ਨੱਚ ਕੇ, ਕੋਈ ਕਹਿੰਦਾ ਜੀ ਮੈਂ ਤਾਂ ਬਹੁਤ ਮਾੜੀ ਕਿਸਮਤ ਹੈ, ਮੇਰੇ ਮਾਂ-ਬਾਪ ਨਹੀਂ ਹੈਗੇ, ਜਾਂ ਪ੍ਰਦਰਸ਼ਨ ਕਰਨਾ।
ਠੀਕ ਹੈ, ਜਾਂ ਕਹਿੰਦੇ ਜੀ ਵਿਕਰੀ ਲਈ ਲੇਖ ਪੇਸ਼ ਕਰਨਾ, ਠੀਕ ਹੈ, ਜਾਂ ਕੋਈ ਉਹਦੀ ਆਪਣੇ ਸਾਹਮਣੇ ਕੀ ਕਰ ਦਿੰਦੇ, ਇੱਕ ਪੇਜ ਜਿਹਾ ਰੱਖ ਦਿੰਦੇ ਆ, ਹਾਂ ਜੀ ਮੇਰੇ ਮਾਂ-ਬਾਪ ਮਰ ਗਏ, ਮੈਂ ਫਲਾਨਾ ਹੋ ਗਿਆ, ਇਹ ਹੋ ਗਿਆ। ਉਹ ਸਾਰਾ ਕੀ ਹੁੰਦਾ, ਇੱਕ ਢੋਂਗ ਹੁੰਦਾ, ਟਕਵੰਜ ਹੁੰਦਾ ਤੁਹਾਡੇ ਤੋਂ ਪੈਸੇ ਮੰਗਣ ਦਾ। ਜੇ ਕੋਈ ਬੰਦਾ ਐਵੇਂ ਕਰਦਾ ਤਾਂ ਉਹ ਕੀ ਆ ਜਾਊਗਾ, ਇੱਕ ਸੰਗੀਨ ਜੁਰਮ ਦੇ ਅੰਡਰ ਆ ਜਾਊਗਾ। ਕਹਿੰਦੇ ਜੀ ਭੀਖ ਮੰਗਣ ਜਾਂ ਪ੍ਰਾਪਤ ਕਰਨ ਦੇ ਉਦੇਸ਼ ਲਈ ਕਿਸੇ ਨਿੱਜੀ ਥਾਂ ਤੇ ਦਾਖਲ ਹੋਣਾ। ਇਸ ਤੋਂ ਇਲਾਵਾ ਕਹਿੰਦੇ ਜੀ ਭੀਖ ਵਸੂਲਣ ਲਈ ਕਿਸੇ ਵੀ ਆਪਣੇ ਮਤਲਬ ਕਿ ਫੋੜੇ ਹੋ ਗਏ, ਜ਼ਖਮ ਦੀ ਸੱਟ ਹੋ ਗਈ, ਬਿਮਾਰੀ ਦਾ ਵਿਗਾੜ ਹੋ ਗਿਆ, ਉਹਨੂੰ ਪ੍ਰਗਟ ਕਰਨਾ। ਹੁਣ ਮੰਨ ਲਓ ਕੋਈ ਭਿਖਾਰੀ ਤੁਹਾਡੇ ਸਾਹਮਣੇ ਵਾਰ-ਵਾਰ ਜਾਣ ਕੇ ਤੁਹਾਨੂੰ ਤੰਗ ਕਰਕੇ, ਕਿਉਂਕਿ ਅੱਜ ਕੱਲ ਜਿਹੜੇ ਭਿਖਾਰੀ ਹੈਗੇ ਇਹ ਵੀ ਬਹੁਤ ਜ਼ਿਆਦਾ ਕੀ ਨੇ, ਢੀਠ ਹੋ ਗਏ। ਢੀਠ ਨਹੀਂ ਕਹਿ ਸਕਦੇ, ਕਿਉਂਕਿ ਉਹ ਕੀ ਕਰਦੇ ਨੇ, ਬਿਜ਼ਨਸ ਕਰ ਰਹੇ ਨੇ। ਤੁਸੀਂ ਮੰਨ ਲਓ ਤੁਸੀਂ ਲਾਈਟਾਂ ਤੇ ਖੜੇ ਆ, ਤੁਹਾਡੀ ਗੱਡੀ ਦੇ ਅੱਗੇ ਸ਼ੀਸ਼ੇ ਤੇ ਮਾਰਨ ਲੱਗ ਜਾਣਗੇ, ਤੁਹਾਨੂੰ ਧੱਕੇ ਨਾਲ ਕੀ ਕਰਨ ਦਿਖਾਉਣ ਲੱਗ ਜਾਣਗੇ, ਆਪਣੀ ਸੱਟ ਦਿਖਾਉਣ ਲੱਗ ਜਾਣਗੇ। ਕਹਿਣ ਦਾ ਮਤਲਬ ਧੱਕੇ ਨਾਲ ਤੁਹਾਡੇ ਤੋਂ ਕੋਈ ਚੀਜ਼ ਮੰਗਦਾ ਤਾਂ ਤੁਸੀਂ ਵੀ ਕੀ ਕਰ ਸਕਦੇ ਹੋ ਰਾਜੇ, ਇਹਨਾਂ ਦੇ ਵਿਰੁੱਧ ਕਾਰਵਾਈ ਕਰ ਸਕਦੇ ਹੋ। ਠੀਕ ਹੈ, ਇਹ ਸਾਰਾ ਚਾਈਲਡ ਬੈਗਿੰਗ ਦੇ ਅੰਡਰ ਆਉਂਦਾ ਹੈ। ਇਸ ਤੋਂ ਬਾਅਦ ਕਹਿੰਦਾ ਜੀ ਸਾਰਾ ਕੁਝ ਮੈਂ ਜੋ ਪਿੱਛੇ ਬੋਲ ਕੇ ਆਇਆ ਰਾਜੇ ਪੰਜਾਬੀ ਦੇ ਵਿੱਚ, ਉਹ ਮੈਂ ਇੰਗਲਿਸ਼ ਦੇ ਵਿੱਚ ਲਿਖਤਾ, ਤੁਸੀਂ ਸਕਰੀਨਸ਼ਾਟ ਖਿੱਚ ਸਕਦੇ ਹੋ ਜੇ ਤੁਹਾਨੂੰ ਪੰਜਾਬੀ ਵਿੱਚ ਨਹੀਂ ਸਮਝ ਆਇਆ। ਬਾਕੀ ਬਹੁਤ ਸੌਖੀ ਜੀ ਗੱਲ ਸੀਗੀ, ਉਹ ਮੈਂ ਦੱਸਤੀ ਤੁਹਾਨੂੰ। ਅੱਗੇ ਹੁਣ ਦੇਖੋ ਪੰਜਾਬ ਦੇ ਵਿੱਚ ਕੀ ਹੈ, ਪੰਜਾਬ ਦੇ ਵਿੱਚ ਚਾਈਲਡ ਬੈਗਿੰਗ ਨੂੰ ਰੋਕਣ ਵਾਸਤੇ ਕਿਹੜਾ ਐਕਟ ਹੈ ਰਾਜੇ, ਤਾਂ ਉਹ ਹੈਗਾ ਜੀ ਦਾ ਪੰਜਾਬ ਪ੍ਰੀਵੈਂਸ਼ਨ ਆਫ ਦਾ ਬੈਗਰੀ ਐਕਟ 1971। ਇਹ ਪੁੱਛਣਾ ਜਾਂਦਾ ਤੁਹਾਨੂੰ, ਤਾਂ ਕਿਹੜਾ ਐਕਟ ਹੈ ਪੰਜਾਬ ਦੇ ਵਿੱਚ। ਕਹਿੰਦਾ ਜੀ ਪ੍ਰਮਾਣਿਤ ਸੰਸਥਾਵਾਂ ਦੇ ਵਿੱਚ ਭੀਖ ਮੰਗਣ ਦੀ ਰੋਕਥਾਮ, ਨਜ਼ਰਬੰਦੀ, ਸਿਖਲਾਈ ਅਤੇ ਭਿਖਾਰੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਰੁਜ਼ਗਾਰ ਦੇਣ ਅਤੇ ਭਿਖਾਰੀ ਅਪਰਾਧੀਆਂ ਦੀ ਹਿਰਾਸਤ, ਮੁਕੱਦਮੇ ਅਤੇ ਸਜ਼ਾ ਦੀ ਵਿਵਸਥਾ ਕਰਨ ਲਈ ਇੱਕ ਐਕਟ। ਹੁਣ ਬੇਸਿਕਲੀ ਪੰਜਾਬ ਪ੍ਰੀਵੈਂਸ਼ਨ ਆਫ ਬੈਗਰੀ ਦੇ ਵਿੱਚ ਕੀ ਆ ਜਾਂਦਾ ਕਿ ਬੈਗਰੀ ਨੂੰ ਰੋਕਣ ਵਾਸਤੇ ਇਹਦੇ ਵਿੱਚ ਕੀ ਆ, ਵੱਖਰੇ ਵੱਖਰੇ ਕੀ ਨੇ ਚੈਪਟਰ ਨੇ, ਆਰਟੀਕਲ ਨੇ। ਹੁਣ ਇਹਦੇ ਵਿੱਚ ਹੁੰਦਾ ਕੀ ਆ, ਭੀਖ ਮੰਗਣ, ਭੀਖ ਨੂੰ ਰੋਕਣਾ, ਨਜ਼ਰਬੰਦੀ, ਠੀਕ ਹੈ, ਨਜ਼ਰਬੰਦੀ ਮੰਨ ਲਓ ਕਿਸੇ ਬੱਚੇ ਨੂੰ ਮਤਲਬ ਚੁਰਾ ਲਿਆ, ਉਹਨੂੰ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ, ਠੀਕ ਹੈ, ਸਿਖਲਾਈ ਦੇ ਰਿਹਾ ਭਿਖਾਰੀਆਂ ਨੂੰ, ਠੀਕ ਹੈ, ਜਾਂ ਜਿਹੜੇ ਉਹ ਲੋਕ ਨੇ ਰੋਜ਼ਗਾਰ ਵਾਸਤੇ ਭਿਖਾਰੀਆਂ ਨੂੰ ਯੂਜ਼ ਕਰ ਰਹੇ ਨੇ, ਉਹਨਾਂ ਦੇ ਵਿਰੁੱਧ ਮੁਕੱਦਮਾ ਕਰਨਾ ਹੋਵੇ, ਠੀਕ ਹੈ ਜੀ, ਉਹਨਾਂ ਵਾਸਤੇ ਇੱਕ ਐਕਟ ਹੈ ਪੰਜਾਬ ਸਰਕਾਰ ਦਾ, ਇਹ ਯਾਦ ਰੱਖ ਲਿਓ। ਕਹਿੰਦਾ ਜੀ ਇਹ ਐਕਟ ਨੂੰ ਕਹਿੰਦਾ ਪੰਜਾਬ ਪ੍ਰੀਵੈਂਸ਼ਨ ਆਫ ਬੈਗਰੀ ਐਕਟ ਕਿਹਾ ਜਾਂਦਾ ਹੈ, ਇਹ ਯਾਦ ਰੱਖ ਲਿਓ, ਠੀਕ ਹੈ, 1971 ਨੂੰ। ਹੁਣ ਆਪਾਂ ਗੱਲ ਕਰਦੇ ਹਾਂ ਥੋੜੀ ਜਿਹੀ ਲਾਸਟ ਜਾਂਦੇ ਜਾਂਦੇ ਰਾਜੇ, ਇਹ ਸੀਗਾ ਆਲ ਅਬਾਊਟ ਯੂਅਰ ਚਾਈਲਡ ਕੇਅਰ ਐਂਡ ਪ੍ਰੋਟੈਕਸ਼ਨ। ਹੁਣ ਆਪਾਂ ਗੱਲ ਕਰਦੇ ਹਾਂ ਜੁਵੈਨਾਈਲ ਜਸਟਿਸ ਦੀ ਗੱਲ ਕਰਦੇ ਹਾਂ ਰਾਜੇ, ਇਹ ਬਹੁਤ ਇੰਪੋਰਟੈਂਟ ਐਕਟ ਹੈ, ਪੰਜਾਬ ਦਾ ਵੀ ਕਹਿ ਸਕਦੇ ਹਾਂ, ਇੰਡੀਆ ਦਾ ਵੀ ਕਹਿ ਸਕਦੇ ਹਾਂ, ਸੌਰੀ ਇੰਡੀਆ ਦਾ ਕਹਿ ਸਕਦੇ ਹਾਂ, ਇੰਟਰਨੈਸ਼ਨਲ ਲੈਵਲ ਦਾ ਕਹਿ ਸਕਦੇ ਹਾਂ। ਸਟਾਰਟਿੰਗ ਵਿੱਚ ਹੁੰਦਾ ਕੀ ਹੈ ਰਾਜੇ, ਕਹਿੰਦਾ ਜੀ ਬਾਲ ਨਿਆਂ, ਜਿਹਨੂੰ ਆਪਾਂ ਕਹਿੰਦੇ ਬੱਚਿਆਂ ਦੀ ਦੇਖਭਾਲ ਤੇ ਸੁਰੱਖਿਆ ਐਕਟ 2000 ਦੇ ਵਿੱਚ ਕਹਿੰਦਾ ਭਾਰਤ ਵਿੱਚ ਬਾਲ ਨਿਆਂ ਲਈ ਪ੍ਰਾਇਮਰੀ ਕਾਨੂੰਨ ਢਾਂਚਾ ਹੈਗਾ। ਹੁਣ ਸਟਾਰਟਿੰਗ ਦੇ ਵਿੱਚ ਕੀ ਸੀਗਾ ਰਾਜੇ, ਇੰਡੀਆ ਕੋਲੇ ਆਪਣਾ ਕਾਨੂੰਨੀ ਢਾਂਚਾ ਸੀਗਾ, ਠੀਕ ਹੈ ਜੀ, ਇਹ ਜਿਹੜਾ ਇਹ ਮੈਂ ਲਿਖਿਆ ਹੋਇਆ ਜੁਵੈਨਾਈਲ ਜਸਟਿਸ ਲਿਖਿਆ ਹੋਇਆ। ਕਹਿੰਦਾ ਜੀ ਇਹ ਐਕਟ ਨਾਬਾਲਿਗ ਅਪਰਾਧ ਦੀ ਰੋਕਥਾਮ ਅਤੇ ਇਲਾਜ ਲਈ ਇੱਕ ਵਿਸ਼ੇਸ਼ ਪਹੁੰਚ ਪ੍ਰਦਾਨ ਕਰਦਾ ਹੈ ਅਤੇ ਨਾਬਾਲਗ ਨਿਆਂ ਪ੍ਰਣਾਲੀਆਂ ਦੇ ਦਾਇਰੇ ਵਿੱਚ ਬੱਚਿਆਂ ਨੂੰ ਸੁਰੱਖਿਅਤ ਇਲਾਜ ਅਤੇ ਪੁਨਰਵਾਸ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ। ਕਹਿਣ ਦਾ ਮਤਲਬ ਬੱਚਿਆਂ ਦੇ ਹਿੱਤਾਂ ਵਾਸਤੇ ਕੰਮ ਕਰਦਾ ਹੈ, ਬੱਚਿਆਂ ਦੀ ਪ੍ਰੋਟੈਕਸ਼ਨ ਵਾਸਤੇ ਕੰਮ ਕਰਦਾ ਕੌਣ, ਜੁਵੈਨਾਈਲ ਜਸਟਿਸ ਕੰਮ ਕਰਦਾ ਹੈ। ਪਰ ਬਾਅਦ ਵਿੱਚ ਹੁੰਦਾ ਕੀ ਹੈ ਰਾਜੇ, ਜਿਹੜਾ ਹੁਣ ਦੇਖੋ ਜਿਹੜਾ ਆਪਣਾ UNO ਹੈ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਹੈ, ਉਹਦੇ ਅੰਡਰ ਕਾਫੀ ਸਾਰੀ ਬਾਡੀਜ਼ ਨੇ ਜਿਹਦੇ ਵਿੱਚ ਸਾਰੇ ਦੇਸ਼ ਮਿਲ ਕੇ ਕੰਮ ਕਰਦੇ ਆ, ਲੋਕ ਹਿੱਤਾਂ ਵਾਸਤੇ ਕੰਮ ਕਰਦੇ ਆ। ਕਹਿੰਦੇ ਜੀ 1999 ਦਾ ਜਿਹੜਾ ਬਾਲ ਅਧਿਕਾਰ ਐਕਟ ਸੀਗਾ ਆਪਣਾ, ਠੀਕ ਹੈ ਜੀ, ਕਹਿੰਦਾ 1999 ਦੇ ਬਾਲ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ UNCRC ਦੀ ਪਾਲਣਾ ਵਿੱਚ ਲਿਆਇਆ ਗਿਆ ਸੀ ਤੇ 1992 ਵਿੱਚ ਭਾਰਤ ਦੁਆਰਾ UNCRC ਉੱਪਰ ਹਸਤਾਖਰ ਕੀਤੇ ਗਏ ਤੇ ਪੁਸ਼ਟੀ ਕੀਤੇ ਜਾਣ ਤੋਂ ਬਾਅਦ 1986 ਦੇ ਪੁਰਾਣੇ ਜੁਵੈਨਾਈਲ ਜਸਟਿਸ ਐਕਟ ਨੂੰ ਰੱਦ ਕਰ ਦਿੱਤਾ ਗਿਆ। ਹੁਣ ਤੁਹਾਨੂੰ ਮੈਂ ਦੱਸਦਾ ਇਹਦੀ ਕਹਾਣੀ ਹੈ ਕੀ ਹੈ। ਸਟਾਰਟਿੰਗ ਵਿੱਚ ਇੰਡੀਆ ਕੋਲੇ ਆਪਣਾ ਐਕਟ ਸੀਗਾ ਰਾਜੇ, ਉਦੋਂ ਇੰਡੀਆ ਮੈਂਬਰ ਨਹੀਂ ਸੀਗਾ UNCRC ਦਾ, ਠੀਕ ਹੈ, ਇੰਡੀਆ ਕੋਲੇ ਆਪਣਾ ਐਕਟ ਸੀਗਾ ਕਿਹੜਾ, ਜੁਵੈਨਾਈਲ ਜਸਟਿਸ 1986। ਪਰ ਜਦੋਂ ਇੰਡੀਆ ਨੇ ਇਹਦਾ ਮੈਂਬਰ ਬਣ ਗਿਆ, ਜਦੋਂ ਇੰਡੀਆ ਨੇ ਇਹਦੇ ਹਸਤਾਖਰ ਕਰਤੇ ਮਤਲਬ, ਠੀਕ ਹੈ ਜੀ, ਤਾਂ ਇੰਡੀਆ ਨੇ ਕੀ ਕਰਤਾ, ਆਪਣਾ ਪੁਰਾਣਾ ਐਕਟ ਰੱਦ ਕਰ ਦਿੱਤਾ। ਜਿਹੜਾ ਨਵਾਂ ਐਕਟ ਕਿਹੜਾ ਆ ਗਿਆ ਆਪਣੇ ਕੋਲੇ, ਜੁਵੈਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2000 ਆ ਗਿਆ। ਇਹ ਮਤਲਬ ਕਿ ਸਾਰੇ ਦੇਸ਼ਾਂ ਦਾ ਸਾਂਝਾ ਐਕਟ ਹੈ, ਠੀਕ ਹੈ, ਇਹਦਾ ਮੈਂਬਰ ਬਣ ਗਿਆ ਇੰਡੀਆ। ਚਲੋ ਹੁਣ ਅੱਗੇ ਗੱਲ ਕਰਦੇ ਹਾਂ, ਜਿਹੜਾ ਐਕਟ ਹੈਗਾ ਬਹੁਤ ਵਧੀਆ ਐਕਟ ਹੈ 2000, ਪਰ ਤੁਹਾਨੂੰ ਪਤਾ ਇੱਕ ਦਿੱਲੀ ਦੇ ਵਿੱਚ ਕੀ ਹੋਇਆ ਸੀਗਾ, ਇੱਕ ਸਮੂਹਿਤ ਬਲਾਤਕਾਰ ਹੋਇਆ ਸੀਗਾ 16 ਦਸੰਬਰ 2012 ਨੂੰ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਤਾਂ ਉਹਦੇ ਵਿੱਚ ਕੀ ਸੀ, ਜਿਹੜੇ ਬੱਚੇ ਸੀਗੇ ਜਿਨ੍ਹਾਂ ਨੇ ਮਤਲਬ ਕਿ ਉਹ ਬੱਸ ਦੇ ਵਿੱਚ ਕੁੜੀ ਇਕੱਲੀ ਜਾ ਰਹੀ ਸੀ ਆਪਣੇ ਬॉयਫ੍ਰੈਂਡ ਦੇ ਨਾਲ, ਤੇ ਉੱਥੇ ਬੱਸ ਦੇ ਵਿੱਚ ਉਹਦੇ ਨਾਲ ਬਹੁਤ ਮਾੜਾ ਕੀਤਾ, ਉਹਦੇ ਨਾਲ ਬਹੁਤ ਕੁੱਟਮਾਰ ਕੀਤੀ, ਉਹਦੇ ਬਹੁਤ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਮਾੜੀ ਹਾਲਤ ਕੀਤੀ ਉਸ ਕੁੜੀ ਦੀ। ਤਾਂ ਉਹਦੇ ਵਿੱਚ ਜਿਹੜੇ ਬੱਚੇ ਸੀਗੇ ਰਾਜੇ, ਉਹ ਬੱਚੇ ਸੀਗੇ ਮਤਲਬ ਕਿ 18 ਸਾਲ ਤੋਂ ਘੱਟ ਉਮਰ ਸੀਗੀ। ਹੁਣ 18 ਸਾਲ ਤੋਂ ਘੱਟ ਉਮਰ ਸੀਗੀ, ਜਿਹੜਾ ਇਹ ਜੁਵੈਨਾਈਲ ਜਸਟਿਸ ਹੈਗਾ ਇਹਦੇ ਅੰਡਰ ਆਪਾਂ ਮੰਨਦੇ ਆ ਵੀ 18 ਸਾਲ ਤੋਂ ਘੱਟ ਜਿਹੜਾ ਹੋਊਗਾ ਉਹਨੂੰ ਨਾਬਾਲਗ ਮੰਨਾਂਗੇ, ਠੀਕ ਹੈ, ਪਰ ਉਹ ਬੱਚੇ ਸੀਗੇ 16 ਸਾਲ ਦੇ, ਇਸ ਕਰਕੇ ਉਹ ਬੱਚੇ ਕੀ ਆ, ਉਹਨਾਂ ਨੂੰ ਕੋਈ ਸੰਗੀਨ ਸਜ਼ਾ ਨਹੀਂ ਹੋਏਗੀ, ਬਹੁਤ ਮਾਮੂਲੀ ਜੀ ਸਜ਼ਾ ਹੋਈ ਹੈ। ਪਰ ਜਿਹੜਾ ਦੇਸ਼ ਦੇ ਲੋਕ ਸੀਗੇ ਉਸ ਟਾਈਮ ਤੇ ਬਹੁਤ ਭਾਵੁਕ ਹੋਏ ਕਿ ਕੁੜੀ ਨਾਲ ਬਹੁਤ ਮਾੜਾ ਹੋਇਆ, ਤਾਂ ਕਾਨੂੰਨ ਦੇ ਵਿੱਚ ਕੁਝ ਸੋਧ ਕੀਤੀ ਗਈ। ਕਹਿੰਦੇ ਜੀ 2016 ਦੇ ਵਿੱਚ 16 ਦਸੰਬਰ 2012 ਦੇ ਵਿੱਚ ਕਹਿੰਦੇ ਜੀ ਮੱਦੇ ਨਜ਼ਰ ਰੱਖਦੇ ਹੋਏ
ਕਹਿੰਦੇ ਜੀ ਕਾਨੂੰਨ ਨੂੰ ਅਪਰਾਧਾਂ ਪ੍ਰਤੀ ਆਪਣੀ ਲਾਚਾਰੀ ਦੇ ਕਾਰਨ ਦੇਸ਼ ਵਿਆਪੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕਿਹਨੂੰ? ਦੇਖੋ ਉਸ ਟਾਈਮ ਹੋਇਆ ਕੀ ਸੀਗਾ, ਉਹ ਕੁੜੀ ਨਾਲ ਬਲਾਤਕਾਰ ਹੋਇਆ ਤਾਂ ਹਰੇਕ ਦੇਖੋ ਹਰੇਕ ਬੰਦੇ ਦਾ ਕੀ ਹੋ ਜਾਂਦਾ, ਜਿਹੜਾ ਹਿਰਦਾ ਹੁੰਦਾ ਉਹ ਵਲੂੰਧਰਿਆ ਜਾਂਦਾ ਵੀ ਹਾਂ ਉਹ ਕੁੜੀ ਨਾਲ ਬਹੁਤ ਮਾੜਾ ਹੋਇਆ। ਪਰ ਜਿਹੜਾ ਕਾਨੂੰਨ ਸੀਗਾ, ਹੁਣ ਜਿਹੜੀ ਸਜ਼ਾ ਮਿਲਣੀ ਉਹ ਤਾਂ ਕਾਨੂੰਨ ਦੇ ਅਕੋਰਡਿੰਗ ਹੀ ਮਿਲਣੀ ਆ ਨਾ। ਤਾਂ ਕਾਨੂੰਨ ਕਹਿੰਦਾ ਵੀ 18 ਸਾਲ ਤੋਂ ਘੱਟ ਜੇ ਉਮਰ ਹੈਗੀ ਆ ਤਾਂ ਉਹ ਤਾਂ ਨਾਬਾਲਗ ਹੈ, ਉਹਨੂੰ ਉਸ ਟਾਈਪ ਦੀ ਸਜ਼ਾ ਮਿਲੂਗੀ। ਤਾਂ ਲੋਕ ਫਾਂਸੀ ਦੀ ਮੰਗ ਕਰ ਰਹੇ ਸੀ, ਲੇਕਿਨ ਫਾਂਸੀ ਤਾਂ ਹੈ ਹੀ ਨਹੀਂ ਕਿਉਂਕਿ ਉਹ ਨਾਬਾਲਗ ਸੀਗੇ। ਤਾਂ ਜਿਹੜਾ ਆਹ ਕਾਨੂੰਨ ਹੈਗਾ ਰਾਜੇ, ਇਹਨੂੰ ਬਹੁਤ ਮਤਲਬ ਇਹ ਆਪਣੇ ਆਪ ਦੇ ਵਿੱਚ ਕੀ ਹੋ ਗਿਆ, ਲਾਚਾਰ ਹੋ ਗਿਆ। ਇਹਨੂੰ ਲੋਕਾਂ ਦਾ ਆਲੋਚਨਾ ਮਤਲਬ ਲੋਕਾਂ ਦੀ ਜਿਹੜੀ ਆਲੋਚਨਾ ਸੀਗੀ ਉਹਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹਦੇ ਵਿੱਚ ਨਾਬਾਲਗ ਬਲਾਤਕਾਰ, ਕਤਲ ਵਰਗੇ ਘਿਨੌਣੇ ਅਪਰਾਧ ਸ਼ਾਮਲ ਨਹੀਂ ਸੀਗੇ। ਤਾਂ ਇਹਨੂੰ ਅਮੈਂਡਮੈਂਟ ਕੀਤਾ ਗਿਆ ਰਾਜੇ 2015 ਦੇ ਵਿੱਚ। ਤਾਂ 2015 ਦੇ ਵਿੱਚ ਕੀ ਕੀਤਾ ਰਾਜੇ, ਜਨਤਕ ਭਾਵਨਾਵਾਂ ਦਾ ਜਵਾਬ ਦਿੰਦੇ ਹੋਏ ਭਾਰਤ ਵਿੱਚ ਸੰਸਦ ਦੇ ਦੋਵੇਂ ਸਦਨਾਂ ਨੇ ਬਿੱਲ ਵਿੱਚ ਸੋਧ ਕੀਤੀ, ਜਿਹਦੇ ਵਿੱਚ ਨਾਬਾਲਗ ਦੀ ਉਮਰ ਕੀ ਕਰਤੀ, 18 ਸਾਲ ਤੋਂ ਘਟਾ ਕੇ 16 ਸਾਲ ਕਰਤੀ ਕਿ ਜੇ ਕੋਈ ਬੰਦਾ 16 ਸਾਲ ਦੀ ਉਮਰ ਵਿੱਚ ਕੋਈ ਜੁਰਮ ਕਰਦਾ ਰਾਜੇ, ਉਹ ਨਾਬਾਲਗ ਨਹੀਂ ਹੋਊਗਾ, 16 ਸਾਲ ਤੋਂ ਘੱਟ ਉਮਰ ਵਾਲਾ ਨਾਬਾਲਗ ਹੋਊਗਾ। ਪਰ ਪਹਿਲਾਂ ਜਿਹੜਾ 2000 ਦੇ ਅਕੋਰਡਿੰਗ ਕੀ ਸੀਗਾ, 18 ਸਾਲ ਤੋਂ ਘੱਟ ਵਾਲਾ ਨਾਬਾਲਗ ਸੀਗਾ, ਤਾਂ ਕਰਕੇ ਉਹ ਦੋਸ਼ੀ ਕੀ ਹੋ ਗਏ, ਬਚ ਗਏ। ਠੀਕ ਹੈ ਜੀ। ਪਰ ਉਹਨਾਂ ਨੇ ਕੀ ਕਰਤਾ, ਹੁਣ ਕੀ ਕਰਤੀ, ਇਹਦੇ ਵਿੱਚ ਸੋਧ ਕਰਤੀ। ਬਹੁਤ ਹੋਰ ਸਾਰੀਆਂ ਸੋਧਾਂ ਵੀ ਕੀਤੀਆਂ, ਪਰ ਇਹ ਜਿਹੜੀ ਮੇਨ ਸੋਧ ਕੀਤੀ ਆ ਇਹ ਉਮਰ ਵਾਲੀ ਕੀਤੀ ਕਿ ਜੇ ਕੋਈ ਘਿਨੌਣਾ ਅਪਰਾਧ ਕਰਦਾ ਹੈ ਉਹਨੂੰ ਨਾਬਾਲਗ ਨਹੀਂ ਮੰਨਿਆ ਜਾਊਗਾ, ਉਹਨੂੰ ਬਾਲਕ ਵਰਗਾ ਸਲੂਕ ਕੀਤਾ ਜਾਊਗਾ, ਮਤਲਬ ਉਹਨੂੰ ਸਖਤ ਸਜ਼ਾ ਦਿੱਤੀ ਜਾਊਗੀ, ਫਾਂਸੀ ਵਰਗੀ। ਤਾਂ ਕਹਿੰਦੇ ਜੀ ਹੇਠਲੇ ਸਦਨ ਨੇ ਵੀ ਪਾਸ ਕਰਤਾ 7 ਮਈ 2015 ਨੂੰ, ਉੱਪਰਲੇ ਸਦਨ ਨੇ ਵੀ ਪਾਸ ਕਰਤਾ। ਉਸ ਤੋਂ ਬਾਅਦ ਵੀ ਕੀ ਹੁੰਦਾ, ਰਾਸ਼ਟਰਪਤੀ ਨੇ ਕੀ ਕਰਤਾ, ਪ੍ਰਣਬ ਮੁਖਰਜੀ ਉਸ ਟਾਈਮ ਰਾਸ਼ਟਰਪਤੀ ਸੀਗਾ, ਉਹਨੇ ਕੀ ਕਰਤਾ ਰਾਜੇ, ਸਾਈਨ ਕਰਤੇ। ਤੁਹਾਨੂੰ ਪਤਾ ਹੀ ਹੈ ਰਾਜੇ ਬਿੱਲ ਕਿਵੇਂ ਬਣਦਾ, ਐਕਟ ਕਿਵੇਂ ਬਣਦਾ। ਬਿੱਲ ਪਹਿਲਾਂ ਪੇਸ਼ ਹੁੰਦਾ ਹੇਠਲੇ ਸਦਨ ਦੇ ਵਿੱਚ, ਠੀਕ ਹੈ, ਲੋਕ ਸਭਾ ਦੇ ਵਿੱਚ, ਫਿਰ ਰਾਜ ਸਭਾ ਕੋਲ ਜਾਂਦਾ 14 ਦਿਨਾਂ ਵਾਸਤੇ, ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਂਦਾ, ਜੋ ਰਾਸ਼ਟਰਪਤੀ ਸਾਈਨ ਕਰ ਦਿੰਦਾ ਉਹ ਕੀ ਬਣ ਜਾਂਦਾ, ਇੱਕ ਕਾਨੂੰਨ ਬਣ ਜਾਂਦਾ। ਹੁਣ ਤੁਸੀਂ ਮੈਨੂੰ ਕਮੈਂਟ ਕੀ ਕਰਨਾ, ਹੁਣ ਤੁਸੀਂ ਮੈਨੂੰ ਕਮੈਂਟ ਕਰਨਾ ਜਿਹੜੇ ਉਸ ਟਾਈਮ ਤੇ ਆਪਣੇ ਰਾਸ਼ਟਰਪਤੀ ਕੌਣ ਸੀਗੇ, ਪ੍ਰਣਬ ਮੁਖਰਜੀ ਸੀਗੇ। ਤਾਂ ਐਟ ਪ੍ਰੈਜ਼ੈਂਟ ਆਪਣੇ ਰਾਸ਼ਟਰਪਤੀ ਕੌਣ ਨੇ, ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ, ਦੇਖਣਾ ਵੀ ਤੁਹਾਡੀ ਕਰੰਟ ਦੀ ਤਿਆਰੀ ਕਿੰਨੀ ਕੁ ਚੱਲ ਰਹੀ ਹੈ। ਕਮੈਂਟ ਕਰਨਾ ਇਸ ਟਾਈਮ ਆਪਣੇ ਰਾਸ਼ਟਰਪਤੀ ਕੌਣ ਨੇ ਤੇ ਕਿੰਨਵੇਂ ਨੇ, ਇਹ ਵੀ ਦੋਨੇ ਯਾਦ ਰੱਖਣਾ, ਕੌਣ ਨੇ ਤੇ ਕਿੰਨਵੇਂ ਨੇ, ਮਤਲਬ ਕਿੰਨਵੇਂ ਨੇ, 18ਵੇਂ ਆ, 19ਵੇਂ ਆ, 15ਵੇਂ ਆ, 21ਵੇਂ ਆ, ਕਿੰਨਵੇਂ ਨੇ। ਠੀਕ ਹੈ, ਤਾਂ ਇਹ ਤੁਸੀਂ ਮੈਨੂੰ ਆਨਸਰ ਕਰਨਾ। ਤਾਂ ਇਹ ਸੀਗਾ ਰਾਜੇ ਜੁਵਨਾਈਲ ਜਸਟਿਸ ਸੀਗਾ, ਉਹਦੇ ਬਾਰੇ ਮੈਂ ਦੱਸਤਾ ਜਿਹੜੀ ਮੇਨ ਸੋਧ ਹੋਈ ਹੈ ਤੇ ਕੁਐਸਚਨ ਆ ਸਕਦਾ ਹੈ। ਹੁਣ ਮੈਂ 3-4 ਕੁਐਸਚਨ ਕਰਾ ਰਿਹਾ, ਤੁਸੀਂ ਇਹਨਾਂ ਦੇ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ ਜੀ, ਦੇਖਣਾ ਤੁਹਾਨੂੰ ਜਿਹੜੀਆਂ ਆਪਣੀਆਂ 2 ਵੀਡੀਓ ਹੋਈਆਂ ਤੁਹਾਡਾ ਕਿੰਨਾ ਮਤਲਬ ਤੁਹਾਨੂੰ ਸਮਝ ਆਇਆ। ਹੁਣ ਅੱਗੇ ਕਹਿੰਦਾ ਕੀ ਹੈ, ਕਹਿੰਦਾ ਜੀ ਜੁਵਨਾਈਲ ਜਸਟਿਸ ਐਕਟ 2015 ਦੇ ਅਨੁਸਾਰ ਹੇਠ ਦਿੱਤੇ ਬੱਚਿਆਂ ਵਿੱਚੋਂ ਕਿਸ ਨੂੰ ਵਿਸ਼ੇਸ਼ ਘਰਾਂ ਵਿੱਚ ਰੱਖਿਆ ਜਾ ਸਕਦਾ ਹੈ। ਤਾਂ ਦੇਖੋ ਜੀ ਕਿਹਨੇ ਰੱਖਿਆ ਜਾ ਸਕਦਾ, ਕਹਿੰਦਾ ਚਿਲਡਰਨ ਇਨ ਕਨਫਲਿਕਟ ਵਿਦ ਲਾਅ, ਨੈਗਲੈਕਟਡ ਚਿਲਡਰਨ, ਅਬਿਊਜ਼ਡ ਚਿਲਡਰਨ, ਸਟਰੀਟ ਚਿਲਡਰਨ। ਕਹਿੰਦਾ ਮੰਨ ਲਓ ਹੁਣ ਘਰ ਦਾ ਮਤਲਬ ਇਹ ਨਹੀਂ ਕਿ ਜਿਹੜਾ ਆਪਾਂ ਆਪਣੇ ਘਰ ਹੈਗੇ ਆਪਾਂ ਘਰਾਂ ਵਿੱਚ ਰੱਖਦੇ ਹਾਂ। ਹੁਣ ਜਿਹੜੇ ਨਾਬਾਲਗ ਬੱਚੇ ਹੁੰਦੇ ਆ ਰਾਜੇ, ਉਹਨਾਂ ਵਾਸਤੇ ਇੱਕ ਸਪੈਸ਼ਲ ਜੇਲ੍ਹ ਹੁੰਦੀ ਹੈ। ਉਹਨਾਂ ਵਾਸਤੇ ਜਿਵੇਂ ਘਰਾਂ ਵਿੱਚ ਨਜ਼ਰਬੰਦ ਵਾਂਗੂ, ਜਿਵੇਂ ਆਪਾਂ ਘਰ ਦੇ ਵਿੱਚ ਕਿਸੇ ਬੰਦੇ ਨੂੰ ਲੋਕ ਲਾ ਦਿੰਦੇ ਆ, ਉਵੇਂ ਉਹਨਾਂ ਵਾਸਤੇ ਸਪੈਸ਼ਲ ਸੈੱਲ ਹੁੰਦੇ ਆ। ਠੀਕ ਹੈ, ਤਾਂ ਜਿਹੜੇ ਬੱਚੇ ਕਹਿੰਦਾ ਜਿਹੜੇ ਚਿਲਡਰਨ ਕਨਫਲਿਕਟ ਕਰਦੇ ਆ, ਕਨਫਲਿਕਟ ਦਾ ਮਤਲਬ ਹੁੰਦਾ ਜਿਹੜੇ ਕਾਨੂੰਨ ਨੂੰ ਤੋੜਦੇ ਆ ਰਾਜੇ, ਉਹ ਬੱਚੇ ਕੀ ਆ ਜਾਣਗੇ, ਇਸ ਕਾਨੂੰਨ ਦੇ ਅੰਡਰ ਆ ਜਾਣਗੇ। ਹੁਣ ਨੈਗਲੈਕਟ ਚਿਲਡਰਨ ਨਹੀਂ ਆ ਸਕਦੇ, ਅਬਿਊਜ਼ ਚਿਲਡਰਨ ਨਹੀਂ ਆ ਸਕਦੇ, ਗਲੀ ਦੇ ਬੱਚੇ ਵੀ ਨਹੀਂ ਆ ਸਕਦੇ। ਤਾਂ ਬੱਚੇ ਜਿਹੜੇ ਕਾਨੂੰਨ ਨਾਲ ਕੀ ਕਰਨਗੇ, ਛੇੜਖਾਨੀ ਕਰਨਗੇ ਜਾਂ ਕਾਨੂੰਨ ਤੋੜਨਗੇ, ਉਹ ਕਿਹੜੇ ਐਕਟ ਦੇ ਅੰਡਰ ਆਣਗੇ, ਜੁਵਨਾਈਲ ਜਸਟਿਸ ਐਕਟ 2015 ਦੇ ਅੰਡਰ ਆਉਣਗੇ। ਤੁਸੀਂ ਚੈੱਕ ਕਰਿਓ ਤੁਹਾਡਾ ਕੁਐਸਚਨ ਸਹੀ ਹੈ ਕਿ ਗਲਤ ਹੈ। ਅਗਲਾ ਕੁਐਸਚਨ ਤੁਹਾਡੇ ਸਾਹਮਣੇ ਆ ਗਿਆ, ਜੁਵਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ ਭਾਰਤ ਸਰਕਾਰ ਦੁਆਰਾ ਕਦੋਂ ਪਾਸ ਕੀਤਾ ਗਿਆ ਸੀਗਾ। ਤੁਸੀਂ ਮੈਨੂੰ ਦੱਸਣਾ 1984, 1993, 2000 ਜਾਂ ਫਿਰ 2004। ਤਾਂ ਜਿਹੜਾ ਸਟਾਰਟਿੰਗ ਦੇ ਵਿੱਚ ਪਾਸ ਹੋਇਆ ਸੀ ਰਾਜੇ, ਉਹ ਕਿਦੋਂ ਹੋਇਆ ਸੀਗਾ, 2000 ਦੇ ਵਿੱਚ ਪਾਸ ਹੋਇਆ ਸੀਗਾ। ਤੁਹਾਨੂੰ ਮੈਂ ਦੱਸਿਆ ਪਹਿਲਾਂ 1986 ਦੇ ਵਿੱਚ ਸੀਗਾ, ਪਰ ਜਿਹੜਾ ਇੰਡੀਆ ਨੇ ਪਾਸ ਕੀਤਾ ਉਹ ਕਦੋਂ ਪਾਸ ਕੀਤਾ ਰਾਜੇ, 2000 ਦੇ ਵਿੱਚ ਪਾਸ ਕੀਤਾ। ਠੀਕ ਹੈ ਜੀ, ਤੇ 2015 ਦੇ ਵਿੱਚ ਕੀ ਹੋਈ ਹੈ ਜੀ, ਅਮੈਂਡਮੈਂਟ ਹੋਈ ਹੈ, ਸੋਧਿਆ ਗਿਆ ਹੈ। ਅਗਲਾ ਕੁਐਸਚਨ ਕਰਦੇ ਹਾਂ ਰਾਜੇ, ਕਹਿੰਦਾ ਕਿਸ ਸਾਲ ਗਵਰਨਮੈਂਟ ਆਫ ਇੰਡੀਆ GOI ਗਵਰਨਮੈਂਟ ਆਫ ਇੰਡੀਆ ਨੇ ਜਨਰਲ ਅਸੈਂਬਲੀ ਦੁਆਰਾ ਗੋਦ ਲਏ ਗਏ ਬੱਚਿਆਂ ਦੇ ਅਧਿਕਾਰ ਨੂੰ ਸਵੀਕਾਰ ਕੀਤਾ। ਜਨਰਲ ਅਸੈਂਬਲੀ ਕਿਹੜੀ ਹੈ ਰਾਜੇ, UNO। ਠੀਕ ਹੈ, ਉਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਵੀ ਗੋਦ ਜਿਹੜੇ ਬੱਚੇ ਲੈਣੇ ਆ ਉਹਨਾਂ ਦੇ ਅਧਿਕਾਰਾਂ ਵਾਸਤੇ ਇੱਕ ਕਾਨੂੰਨ ਆਇਆ ਸੀਗਾ। ਉਹਨੂੰ ਇੰਡੀਆ ਦੀ ਗਵਰਨਮੈਂਟ ਨੇ ਕਦੋਂ ਕੀ ਮਤਲਬ ਕੀ ਲਾਗੂ ਕੀਤਾ, ਤਾਂ 11 ਦਸੰਬਰ 1992, 10 ਦਸੰਬਰ 1991, 11 ਦਸੰਬਰ 1990। ਤਾਂ ਇਹਦਾ ਰਾਈਟ ਆਨਸਰ ਹੈਗਾ ਰਾਜੇ 11 ਦਸੰਬਰ 1992 ਨੂੰ ਇੰਡੀਆ ਨੇ ਕੀ ਕੀਤਾ, ਉਸ ਕਾਨੂੰਨ ਨੂੰ ਸਵੀਕਾਰ ਕਰ ਲਿਆ। ਅਗਲੇ ਕੁਐਸਚਨ ਦਾ ਆਨਸਰ ਮੈਂ ਨਹੀਂ ਕਰੂੰਗਾ, ਤੁਸੀਂ ਕਰੋਗੇ ਰਾਜੇ। ਧਿਆਨ ਨਾਲ ਕੁਐਸਚਨ ਕਰਨਾ, ਮੈਂ ਦੇਖਣਾ ਤੁਸੀਂ ਕਿੰਨੇ ਕੁ ਦਿਮਾਗ ਲਗਾ ਕੇ ਜਾਂ ਕਿੰਨੀਆਂ ਅੱਖਾਂ ਖੋਲ ਕੇ ਵੀਡੀਓ ਸੁਣਦੇ ਆ ਜਾਂ ਵੇਖਦੇ ਹੋ। ਜੁਵਨਾਈਲ ਜਸਟਿਸ ਐਕਟ 2015, ਮੈਂ 2015 ਦੀ ਗੱਲ ਕਰਦਾ, ਅਨੁਸਾਰ ਬੱਚਾ ਕੌਣ ਹੈ, ਨਾਬਾਲਗ ਕੌਣ ਹੈ ਰਾਜੇ। ਚਿਲਡਰਨ ਇਜ਼ ਏ ਪਰਸਨ ਬਿਲੋ 16 ਸਾਲ ਏਜ, ਚਿਲਡਰਨ ਬਿਲੋ 18 ਸਾਲ, ਚਿਲਡਰਨ ਬਿਲੋ 21 ਸਾਲ, ਚਿਲਡਰਨ ਬਿਲੋ 12 ਸਾਲ। ਤਾਂ 2015 ਦੇ ਅਕੋਰਡਿੰਗ ਕਹਿ ਰਿਹਾ ਮੈਂ। ਠੀਕ ਹੈ, ਤਾਂ ਬੱਚਾ ਕੌਣ ਹੈ, ਇਹਦਾ ਆਨਸਰ ਤੁਸੀਂ ਮੈਨੂੰ ਕਰਨਾ ਕਮੈਂਟ ਬਾਕਸ ਦੇ ਵਿੱਚ। ਜੇ ਨਹੀਂ ਹੋਊਗਾ ਤਾਂ ਅਗਲੀ ਵੀਡੀਓ 'ਚ ਮੈਂ ਕਰਵਾ ਦੂੰਗਾ। ਤਾਂ ਅੱਜ ਦਾ ਲਾਸਟ ਕੁਐਸਚਨ ਹੈ ਜੀ, ਜੁਵਨਾਈਲ ਜਸਟਿਸ ਐਕਟ 2015 ਕਦੋਂ ਲਾਗੂ ਹੋਇਆ, ਅਮੈਂਡਮੈਂਟ ਜਿਹੜੀ ਹੋਈ ਸੀ ਕਦੋਂ ਲਾਗੂ ਹੋਈ ਸੀਗੀ, 1 ਅਪ੍ਰੈਲ 2015, 15 ਜਨਵਰੀ 2016, 1 ਮਈ 2015, 23 ਅਪ੍ਰੈਲ 2016।
ਇਹਦਾ ਰਾਈਟ ਆਨਸਰ ਹੈਗਾ ਜੀ 15 ਜਨਵਰੀ 2016 ਨੂੰ ਕੀ ਕੀਤਾ ਗਿਆ, ਲਾਗੂ ਕੀਤਾ ਗਿਆ ਅਮੈਂਡਮੈਂਟ ਤੋਂ ਬਾਅਦ। ਠੀਕ ਹੈ ਜੀ, ਤਾਂ ਇਹ ਸੀਗੀ ਜੀ ਅੱਜ ਦੀ ਤੁਹਾਡੀ ਵੀਡੀਓ। ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ। ਜੇ ਕੋਈ ਡਾਊਟ ਹੋਇਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਹੁਣ ਕਈ ਮੇਰੀ ਭੈਣਾਂ ਮੈਨੂੰ ਮੈਸੇਜ ਕਰੀ ਜਾ ਰਹੀਆਂ ਕਿ ਜਲਦੀ ਕਰਾ ਦਿਓ, ਫਾਸਟ ਕਰਾ ਦਿਓ। ਦੇਖੋ ਸਿਆਣੇ ਕਹਿੰਦੇ ਆ ਥੋੜਾ ਖਾਓ ਜਿੰਨਾ ਪਚ ਜੇ, ਵਧੀਆ ਖਾਓ। ਠੀਕ ਹੈ, ਤੇ ਮੈਂ ਕਹਿੰਦਾ ਦੇਖੋ ਕੋਈ ਚੀਜ਼ ਕਰਾਂਗੇ ਆਪਾਂ ਚਾਹੇ ਘੱਟ ਕਰ ਲਈਏ ਪਰ ਕਰਾਂਗੇ ਵਧੀਆ ਤਰੀਕੇ ਨਾਲ ਤਾਂ ਜੋ ਤੁਹਾਨੂੰ ਫਾਇਦਾ ਵੀ ਹੋਵੇ ਪੇਪਰ ਦੇ ਵਿੱਚ। ਤੇ ਕਾਹਲੀ ਮੈਂ ਕਦੇ ਨਹੀਂ ਕਰਦਾ ਹੁੰਦਾ ਰਾਜੇ, ਮੈਂ ਕਰਾਉਣਾ ਹਮੇਸ਼ਾ ਆਪਦੀ ਮਰਜ਼ੀ ਨਾਲ ਹੁੰਦਾ। ਤਾਂ ਇਹ ਗਰੰਟੀ ਹੈ ਵੀ ਤੁਹਾਨੂੰ ਸਿਲੇਬਸ ਤੁਹਾਡਾ ਕੰਪਲੀਟ ਹੋ ਜਾਊਗਾ। ਕੋਈ ਵੱਡੀ ਗੱਲ ਨਹੀਂ ਹੈ ਕਿ 10-15 ਵੀਡੀਓ 'ਚ ਤੁਹਾਡਾ ਸਿਲੇਬਸ ਕੰਪਲੀਟ ਹੋਣਾ ਹੈ। 10-15 ਮੈਂ 15 ਜ਼ਿਆਦਾ ਕਹਿਤੀਆਂ 10-12 ਵੀਡੀਓ ਦੇ ਵਿੱਚ। ਤਾਂ ਸੈਕਿੰਡ ਵੀਡੀਓ ਆ ਗਈ ਹੈ ਤਾਂ ਹਫ਼ਤੇ 10 ਦਿਨ ਦੀ ਗੱਲ ਹੈ, ਮੈਂ ਕੰਪਲੀਟ ਕਰਵਾ ਦਿੰਦਾ। ਠੀਕ ਹੈ, ਬਾਕੀ ਕੰਪਿਊਟਰ ਹੋ ਗਿਆ ਰਾਜੇ, ਇਹ ਆਲਰੇਡੀ ਸਿਲੇਬਸ ਕੰਪਲੀਟ ਹੈ। ਆਪਣੇ ਪੰਜਾਬ ਜੀਕੇ ਦਾ ਸਿਲੇਬਸ ਕੰਪਲੀਟ ਹੋਣ ਦੇ ਲਗਭਗ ਨੇੜੇ ਹੈ। ਪੰਜਾਬੀ ਵਿਆਕਰਨ ਦਾ ਕੰਪਲੀਟ ਕਰਵਾਤਾ। ਬਾਕੀ ਕੰਪਿਊਟਰ ਦੇ MCQ ਹੋ ਗਏ, ਪੰਜਾਬ ਜੀਕੇ ਦੇ MCQ ਹੋ ਗਏ, ਪੰਜਾਬੀ ਵਿਆਕਰਨ ਦੇ MCQ ਕੱਲ ਪਰਸੋਂ ਤੱਕ ਆ ਜਾਣਗੇ। ਤੁਸੀਂ ਪੇਡ ਲੈ ਸਕਦੇ ਹੋ ਰਾਜੇ, ਬਹੁਤ ਹੀ ਘੱਟ ਕੋਸਟ ਦੇ ਵਿੱਚ ਆਪਣੀ ਐਪ ਦੇ ਉੱਪਰ ਹੈ। ਜੇ ਕਿਸੇ ਨੇ ਲੈਣੇ ਹੋਣ ਤਾਂ ਮੈਨੂੰ ਇੱਥੇ WhatsApp ਕਰ ਸਕਦੇ ਹੋ। ਕਾਲ ਨਾ ਕਰਿਆ ਕਰੋ ਰਾਜੇ, ਮੈਂ ਕਾਲ ਚੱਕਦਾ ਹੀ ਨਹੀਂ ਕਿਉਂਕਿ ਮੈਂ ਬਿਜ਼ੀ ਬਹੁਤ ਹੁੰਦਾ। ਸਿਰਫ WhatsApp ਕਰਿਆ ਕਰੋ, ਤਾਂ ਤੁਸੀਂ ਮੈਨੂੰ WhatsApp ਕਰ ਸਕਦੇ ਹੋ। ਹੁਣ ਕਰਨਾ ਕੀ ਆ, ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਤੁਸੀਂ ਚੈਨਲ ਤੇ ਨਵੇਂ ਹੋ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।